ਕੈਂਸਰ ਉਹ ਸ਼ਬਦ ਜਿਸ ਨੂੰ ਸੁਣ ਕੇ ਸਾਡਾ ਦਿਲ ਦਹਿਲ ਜਾਂਦਾ ਹੈ, ਜਿਸ ਨੂੰ ਸੁਣ ਕੇ ਦਿਮਾਗ ਹੈ ਜਿਹੜਾ ਉਹ ਬਿਲਕੁਲ ਗੇੜਾ ਖਾ ਜਾਂਦਾ ਹੈ। ਜਦੋਂ ਜਦੋਂ ਡਾਕਟਰ ਦੇ ਮੂੰਹੋਂ ਇੱਕ ਸ਼ਬਦ ਸੁਣਿਆ ਜਾਂਦਾ ਹੈ ਕੈਂਸਰ, ਉਹਦੇ ਦੋ ਤਿੰਨ ਕਾਰਨ ਨੇ ਕਿ ਦਹਿਸ਼ਤ ਕਿਉਂ ਹੈ। ਪਹਿਲੀ ਗੱਲ ਤਾਂ ਇਹਦਾ ਇਲਾਜ ਕੋਈ ਨਿਕਲਿਆ ਨਹੀਂ ਹਾਲੇ ਤੱਕ। ਜਿਹੜੇ ਇਲਾਜ ਹੈਗੇ ਨੇ ਤਿੰਨ ਕਿਸਮ ਦੇ ਇਲਾਜ ਨੇ ਜਿਹੜੇ ਮਾਡਰਨ ਮੈਡੀਕਲ ਸਿਸਟਮ ਵਿੱਚ ਹੁੰਦੇ ਆ ਕਿ ਜਿਹੜੇ ਬੰਦੇ ਕੀਮੋਥੈਰੇਪੀ ਲੈਂਦੇ ਆ, ਰੇਡੀਓਥੈਰੇਪੀ ਲੈਂਦੇ ਆ, ਸਰਜਰੀ ਕਰਵਾਉਂਦੇ ਆ, ਉਹ ਉਲਟਾ ਉਹਨਾਂ ਦੀ ਲਾਈਫ ਘਟ ਜਾਂਦੀ ਹੈ, ਤੇ ਜੋ ਨਾ ਕਰਾਉਣ ਤਾਂ ਉਹਨਾਂ ਦੀ ਲਾਈਫ ਬੈਟਰ ਹੁੰਦੀ ਹੈ। ਡਾਕਟਰ ਸਾਹਿਬ ਇੱਥੇ ਸਵਾਲ ਇਹ ਪੈਦਾ ਹੋ ਗਿਆ ਕਿ ਜਿਸ ਮੈਟਾਬੋਲਿਜ਼ਮ ਦੀ ਤੁਸੀਂ ਗੱਲ ਕਰਦੇ ਹੋ ਉਹ ਡਿਸਟਰਬ ਕਿਉਂ ਹੁੰਦਾ ਜੀ, ਕਿਵੇਂ ਹੋ ਜਾਂਦਾ ਤੇ ਕਿਉਂ ਹੁੰਦਾ? ਸਾਨੂੰ ਇਹ ਦੱਸੋ ਵੀ ਕੁਦਰਤ ਦੇ ਵਿੱਚ ਇਦਾਂ ਦਾ ਕੋਈ ਟ੍ਰੀਟਮੈਂਟ, ਇਦਾਂ ਦਾ ਕੋਈ ਇਲਾਜ ਪੋਸੀਬਲ ਹੈਗਾ ਕਿ ਅਸੀਂ ਉਸ ਵਾਲੇ ਪਾਸੇ ਨੂੰ ਜਾਈਏ ਨਾ, ਸਾਡੀ ਜਿਹੜੀ ਆਟੋਫਿਜ਼ੀ ਹੈਗੀ, ਮੈਟਾਬੋਲਿਜ਼ਮ ਹੈਗਾ ਉਹ ਡਿਸਟਰਬ ਹੋਵੇ ਹੀ ਨਾ? ਇਸ ਤਰ੍ਹਾਂ ਦਾ ਕੋਈ ਨਿਯਮ ਕੁਦਰਤ ਨੇ ਸਾਨੂੰ ਦਿੱਤੇ ਨੇ? ਆਪਣਾ ਲਾਈਫ ਸਟਾਈਲ ਠੀਕ ਕਰ ਲਵੇ ਤੇ ਜੋ ਡਾਈਟ ਅਸੀਂ ਕਹਿ ਰਹੇ ਹਾਂ ਅਡਾਪਟ ਕਰ ਲਵੇ ਤਾਂ ਉਹਨੂੰ ਕੈਂਸਰ ਨਹੀਂ, ਕੋਈ ਕੈਂਸਰ ਨਹੀਂ ਹੋਏਗਾ। ਬਾਡੀ ਦੇ ਕਿਸੇ ਹਿੱਸੇ ਦਾ ਕੋਈ ਕੈਂਸਰ ਨਹੀਂ ਹੋਏਗਾ। ਕੰਪੀਟੀਸ਼ਨ ਬਹੁਤ ਹੀ ਇੱਕ ਵਲਗਰਾਈਜ਼ਡ ਸਾਈਕੋਲੋਜੀ ਹੈ ਜਿਹੜੀ ਸਾਨੂੰ ਸਿਖਾਉਂਦੀ ਹੈ ਕਿ ਜੇ ਤੂੰ ਅੱਗੇ ਲੰਘਣਾ, ਦੂਜੇ ਨੂੰ ਮਾਰ ਕੇ ਵੀ, ਦੂਜੇ ਨੂੰ ਠਿੱਬੀ ਮਾਰ ਕੇ ਡੇਗ ਕੇ ਵੀ ਅੱਗੇ ਲੰਘਣਾ, ਜਿਹੜੀ ਇਹ ਸਾਈਕੋਲੋਜੀ ਹੈ ਇਹ ਕਿਤੇ ਨਾ ਕਿਤੇ ਬਹੁਤ ਡੈਮੇਜ ਕਰਦੀ ਹੈ। ਕੋਆਪਰੇਸ਼ਨ ਨੈਚੁਰਲ ਹੈ। ਕੋਆਪਰੇਸ਼ਨ ਤੋਂ ਨੇਚਰ 'ਚ ਦੇਖੋ, ਨੇਚਰ 'ਚ ਕਿਤੇ ਵੀ ਕੰਪੀਟੀਸ਼ਨ ਨਹੀਂ ਹੈ, ਸਿਵਾਏ ਮਨੁੱਖ ਤੋਂ ਮਨੁੱਖ ਨੂੰ ਛੱਡ ਕੇ ਕਿਤੇ ਕੰਪੀਟੀਸ਼ਨ ਨਹੀਂ ਹੈ। ਟ੍ਰੀਟਮੈਂਟ ਜਿਹੜੀ ਹੈ ਉਹ ਬਿਮਾਰੀ ਤੋਂ ਵੀ ਖਤਰਨਾਕ ਹੈ। ਇਸ ਕਰਕੇ ਕੈਂਸਰ ਹਾਂ ਠੀਕ ਹੈ, ਕੁਝ ਕੈਂਸਰ ਫਾਸਟ ਗਰੋਇੰਗ ਨੇ ਬਹੁਤ, ਕੁਝ ਕੈਂਸਰ ਬਹੁਤ ਸਲੋ ਗਰੋਇੰਗ ਨੇ, ਔਰ ਕੁਝ ਕੈਂਸਰ ਰਿਪੋਰਟ 'ਚ ਕੈਂਸਰ ਆਉਂਦੇ ਨੇ ਪਰ ਐਕਚੁਅਲ ਕੈਂਸਰ ਹੁੰਦੇ ਹੀ ਨਹੀਂ। ਅੱਜ ਇਹ ਹਾਲ ਦਾ ਲੱਖਾਂ ਲੋਕਾਂ ਦੇ ਕੈਂਸਰ ਗਲਤ ਡਾਇਗਨੋਸ ਹੋਏ, ਇਹਨਾਂ ਨੇ ਮਾਫੀ ਮੰਗੀ ਹੈ। ਤੇ ਫਿਰ ਅਸੀਂ ਸਮਾਜ ਦੇ ਵਿੱਚ ਕੈਂਸਰ ਵਰਗੀ ਬਿਮਾਰੀ ਨੂੰ ਖਤਮ ਕਰਨ ਲਈ ਕੀ ਰੋਲ ਆਪਾਂ ਪਰਮਾਤਮਾ ਨੇ ਸਾਨੂੰ ਦਿੱਤਾ? ਤੇ ਫਿਰ ਕੈਂਸਰ ਵਾਲੇ ਮਰੀਜ਼ ਦੀ ਜਿਹੜੀ ਉਮਰ ਹੈ, ਕੈਂਸਰ ਤਾਂ ਹੋ ਗਿਆ ਜੀ, ਉਹਨੂੰ ਕਿਵੇਂ ਵਧਾਈ ਜਾ ਸਕਦੀ ਹੈ? ਉਮਰ ਵੱਧ ਸਕਦੀ ਹੈ ਜੀ ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਕੈਂਸਰ ਉਹ ਸ਼ਬਦ ਜਿਸ ਨੂੰ ਸੁਣ ਕੇ ਸਾਡਾ ਦਿਲ ਦਹਿਲ ਜਾਂਦਾ ਹੈ, ਜਿਸ ਨੂੰ ਸੁਣ ਕੇ ਦਿਮਾਗ ਹੈ ਜਿਹੜਾ ਉਹ ਬਿਲਕੁਲ ਗੇੜਾ ਖਾ ਜਾਂਦਾ ਹੈ। ਜਦੋਂ ਜਦੋਂ ਡਾਕਟਰ ਦੇ ਮੂੰਹੋਂ ਇੱਕ ਸ਼ਬਦ ਸੁਣਿਆ ਜਾਂਦਾ ਹੈ ਕੈਂਸਰ, ਪਰ ਕੈਂਸਰ ਜਿਹੜਾ ਕੋਈ ਇੱਕ ਦਿਨ ਜਾਂ 2 ਦਿਨ ਦੇ ਵਿੱਚ ਸਰੀਰ ਦੇ ਵਿੱਚ ਨਹੀਂ ਫੈਲਦਾ। ਇਸ ਦੇ ਬਹੁਤ ਸਾਰੇ ਕਾਰਨ, ਬਹੁਤ ਸਾਰੇ ਰੀਜ਼ਨ ਨੇ। ਤੇ ਜੇਕਰ ਅਸੀਂ ਆਪਣੀ ਖਾਦ ਖੁਰਾਕ, ਅਸੀਂ ਆਪਣੀ ਜ਼ਿੰਦਗੀ, ਆਪਣਾ ਜੀਵਨ ਸ਼ੈਲੀ ਜਿਹੜਾ ਠੀਕ ਠਾਕ ਰੱਖੀਏ ਤਾਂ ਜਿਹੜਾ ਅਸੀਂ ਕੈਂਸਰ ਤੋਂ ਵੀ ਬਚਾਅ ਆਪਣਾ ਕਰ ਸਕਦੇ ਹਾਂ। ਇਸ ਮਾਮਲੇ ਦੇ ਉੱਤੇ ਅੱਜ ਸਾਡੇ ਨਾਲ ਬੜੀ ਬਾਰੀਕੀ ਨਾਲ ਔਰ ਬੜੇ ਸਿੱਧੇ ਜਿਹੜੇ ਸਵਾਲ ਸਾਡੇ ਅੱਜ ਹੋਣਗੇ। ਸਾਡੇ ਨਾਲ ਦੁਨੀਆ ਭਰ ਦੇ ਜਿਹੜੇ ਨਾਮਵਰ ਡਾਕਟਰ ਅਮਰ ਸਿੰਘ ਆਜ਼ਾਦ ਨੇ, ਜਿਹੜੇ ਬਿਨਾਂ ਦਵਾਈਆਂ ਤੋਂ ਇਸ ਵੇਲੇ ਲੋਕਾਂ ਦਾ ਇਲਾਜ ਕਰਦੇ ਨੇ। ਦੇਖਦੇ ਹਾਂ, ਸਮਝਦੇ ਹਾਂ ਕੈਂਸਰ ਬਾਬਤ ਉਹਨਾਂ ਦੀ ਕੀ ਰਾਏ ਹੈ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਸਾਨੂੰ ਪਹਿਲਾਂ ਇਹ ਸਮਝਾਓ ਕਿ ਕੈਂਸਰ ਹੈ ਕੀ ਚੀਜ਼, ਹੁੰਦੀ ਕੀ ਹੈ ਜੀ? ਕੈਂਸਰ ਜਦੋਂ ਹੀ ਨਾਮ ਆਉਂਦਾ ਹੈ ਕੈਂਸਰ ਦਾ ਤੇ ਹਰ ਇੱਕ ਸਰੀਰ, ਹਰ ਇੱਕ ਦਿਲ ਦਹਿਲ ਜਾਂਦਾ ਹੈ। ਕਾਸਿਫ, ਕੈਂਸਰ ਦਾ ਜਿੱਦਾਂ ਤੂੰ ਸ਼ੁਰੂਆਤ 'ਚ ਕਿਹਾ ਕਿ ਜਿਹੜਾ ਬਹੁਤ ਡਰਾਉਣਾ ਲਫ਼ਜ਼ ਹੈ, ਤੇ ਹੁਣ ਤਾਂ ਫਿਰ ਵੀ ਲੈਣ ਲੱਗ ਗਏ। ਪਹਿਲਾਂ ਲੋਕ ਇਹਦਾ ਨਾਂ ਨਹੀਂ ਸੀ ਲੈਂਦੇ ਹੁੰਦੇ ਵੀ ਜਿਵੇਂ ਨਾਂ ਲੈਣ ਨਾਲ ਵੀ ਕੋਈ ਕੈਂਸਰ ਹੋ ਜਾਏਗਾ। ਇੰਨੀ ਦਹਿਸ਼ਤ ਹੈਗੀ ਹੈ, ਅੱਜ ਵੀ ਹੈਗੀ ਹੈ ਦਹਿਸ਼ਤ ਇਹਦੀ। ਉਹਦੇ ਦੋ ਤਿੰਨ ਕਾਰਨ ਨੇ ਕਿ ਦਹਿਸ਼ਤ ਕਿਉਂ ਹੈ। ਪਹਿਲੀ ਗੱਲ ਤਾਂ ਇਹਦਾ ਇਲਾਜ ਕੋਈ ਨਿਕਲਿਆ ਨਹੀਂ ਹਾਲੇ ਤੱਕ। ਜਿਹੜੇ ਇਲਾਜ ਹੈਗੇ ਨੇ ਤਿੰਨ ਕਿਸਮ ਦੇ ਇਲਾਜ ਨੇ ਜਿਹੜੇ ਮਾਡਰਨ ਮੈਡੀਕਲ ਸਿਸਟਮ ਵਿੱਚ ਹੁੰਦੇ ਆ: ਸਰਜਰੀ, ਕੀਮੋਥੈਰੇਪੀ ਤੇ ਰੇਡੀਓਥੈਰੇਪੀ। ਯਾਨੀ ਕਿ ਕੈਂਸਰ ਵਾਲੇ ਪਾਰਟ ਨੂੰ ਕੱਢ ਦਿਓ, ਬਾਹਰ ਕੱਢ ਦਿਓ, ਸਰਜਰੀ। ਕੈਂਸਰ ਵਾਲੇ ਪਾਰਟ ਨੂੰ ਜ਼ਹਿਰ ਦੇ ਕੇ ਉਹਨੂੰ ਜ਼ਹਿਰਾਂ ਨਾਲ ਮਾਰ ਦਿਓ, ਜ਼ਹਿਰ ਦੇ ਕੇ। ਕੀਮੋਥੈਰੇਪੀ ਦਾ ਮਤਲਬ ਜ਼ਹਿਰ ਦਿਓ ਜਿਹਦੇ ਨਾਲ ਕਿ ਕੈਂਸਰ ਮਰ ਜਾਵੇ, ਅਤੇ ਰੇਡੀਓ ਦਾ ਮਤਲਬ ਹੈ ਉਹਨੂੰ ਜਲਾ ਦਿਓ ਕਿ ਰੇਡੀਓਥੈਰੇਪੀ ਲਾ ਕੇ ਉਹਨੂੰ ਰੇਡੀਓ ਐਕਟਿਵ ਪਦਾਰਥਾਂ ਦੀ ਜਿਹੜੇ ਰੇਡੀਏਸ਼ਨ ਦੇ ਕੇ ਉਹਨੂੰ ਜਲਾ ਦਿਓ। ਯਾਨੀ ਕਿ ਕੱਟ ਵੱਢ ਕਰ ਦਿਓ, ਕੈਮੀਕਲ ਦੇ ਕੇ ਜ਼ਹਿਰ ਨਾਲ ਉਹਨੂੰ ਮਾਰ ਦਿਓ ਜਾਂ ਉਹਨੂੰ ਜਲਾ ਦਿਓ। ਹੁਣ ਜਿਹੜੀਆਂ ਤਿੰਨੇ ਤਰੀਕੇ ਨੇ ਇਹ ਬਹੁਤ ਡਿਸਟਰਬ ਕਰਦੇ ਆ ਬਾਡੀ ਨੂੰ। ਜਦੋਂ ਹੀ ਤੁਸੀਂ ਸਰਜਰੀ ਕਰਦੇ ਹੋ ਤਾਂ ਇਹ ਨੋਨ ਹੈ ਕਿ ਜਦੋਂ ਤੁਸੀਂ ਕੈਂਸਰ ਦੀ ਸਰਜਰੀ ਕੀਤੀ ਤਾਂ ਕੈਂਸਰ ਜਿਹੜਾ ਕਿ ਪਹਿਲਾਂ ਬਹੁਤ ਸਲੋ ਸਪੀਡ 'ਤੇ ਫੈਲ ਰਿਹਾ ਸੀਗਾ, ਫਿਰ ਬਹੁਤ ਤੇਜ਼ ਸਪੀਡ 'ਤੇ ਫੈਲਣਾ ਸ਼ੁਰੂ ਹੋ ਜਾਂਦਾ, ਕਿਉਂਕਿ ਸਾਰੇ ਸੈੱਲ ਜਿਹੜੇ ਨੇ ਬਹੁਤ ਤੇਜ਼ੀ ਨਾਲ ਸਾਰੀ ਬਾਡੀ 'ਚ ਫੈਲ ਜਾਂਦੇ ਆ। ਇੱਕ ਤਾਂ ਉਹਦੀ ਇਹ ਦਿੱਕਤ ਹੈ। ਜੇ ਤਾਂ ਬਾਈ ਚਾਂਸ ਉਹ ਕੈਂਸਰ ਬਹੁਤ ਸੀਮਤ ਹੈ ਫਿਰ ਤਾਂ ਉਹ ਨਿਕਲ ਜਾਏਗਾ, ਲੇਕਿਨ ਜੋ ਸੀਮਤ ਨਹੀਂ ਹੈਗਾ, ਥੋੜ੍ਹਾ ਬਹੁਤਾ ਵੀ ਇੱਧਰ ਉੱਧਰ ਰਹਿ ਗਿਆ ਜਿਹੜਾ ਰਹਿ ਗਿਆ ਤਾਂ ਫਿਰ ਬਹੁਤ ਹੀ ਜਿਹਨੂੰ ਕਹਿੰਦੇ ਹਮਲਾਵਰ ਰੂਪ ਲੈ ਲੈਂਦਾ ਉਹ। ਈਵਨ ਵਾਪਸੀ ਤੋਂ ਬਾਅਦ ਵੀ ਨੋਨ ਹੈ, ਤੁਸੀਂ ਵਾਪਸੀ ਕੀਤੀ ਨਹੀਂ ਤਾਂ ਨਾਲ ਦੀ ਨਾਲ ਹਮਲਾਵਰ ਰੂਪ 'ਚ ਆ ਜਾਂਦਾ ਉਹ।
ਜੇ ਤਾਂ ਸਵਾਲ ਹੈ ਪੋਇਜ਼ਨਿੰਗ ਦਾ ਕਿ ਕੀਮੋਥੈਰੇਪੀ ਦੇ ਕੇ ਪੋਇਜ਼ਨ ਕਰ ਦਿਓ। ਪੋਇਜ਼ਨ ਜਦੋਂ ਤੁਸੀਂ ਕੈਂਸਰ ਸੈੱਲ ਨੂੰ ਕਰਦੇ ਹੋ ਤਾਂ ਪੂਰੀ ਬਾਡੀ ਪੋਇਜ਼ਨ ਹੋ ਜਾਂਦੀ ਹੈ। ਮਤਲਬ ਕੀਮੋਥੈਰੇਪੀ ਤਾਂ ਹੀ ਕਹਿੰਦੇ ਕੀਮੋਥੈਰੇਪੀ ਮੈਥੋਂ ਝੱਲੀ ਨਹੀਂ ਗਈ। ਕੀਮੋਥੈਰੇਪੀ ਦੇ ਇੰਨੇ ਜ਼ਿਆਦਾ ਸਾਈਡ ਇਫੈਕਟ ਆਉਂਦੇ ਨੇ, ਕਿਸੇ ਦੇ ਵਾਲ ਉੱਡ ਜਾਂਦੇ ਆ, ਕਿਸੇ ਦੀ ਭੁੱਖ ਮਰ ਜਾਂਦੀ ਹੈ, ਬਾਡੀ ਦਾ ਭਾਰ ਉਹਦਾ ਬਿਲਕੁਲ ਘੱਟ ਜਾਂਦਾ ਹੈ, ਖਾਣਾ ਪੀਣਾ ਬੰਦ ਹੋ ਜਾਂਦਾ ਹੈ, ਚੱਲਣਾ ਫਿਰਨਾ ਜਿਹੜਾ ਜਿੰਨੇ ਜੋਗਾ ਪਹਿਲਾਂ ਪੇਸ਼ੈਂਟ ਹੁੰਦਾ ਉਸ ਤੋਂ ਵੀ ਗਿਆ ਗੁਜ਼ਰਿਆ ਹੋ ਜਾਂਦਾ। ਅਤੇ ਰੇਡੀਓਥੈਰੇਪੀ ਦਾ ਮਤਲਬ ਹੈ ਕਿ ਰੇਡੀਏਸ਼ਨ ਦੇ ਕੇ ਉਹਨੂੰ ਜਲਾ ਦਿਓ, ਅਤੇ ਜਲਾਓਗੇ ਉਸ ਕੈਂਸਰ ਨੂੰ ਤਾਂ ਨਾਲੇ ਆਲੇ ਦੁਆਲੇ ਦਾ ਜਿਹੜਾ ਏਰੀਆ ਉਹ ਵੀ ਜਲ ਜਾਂਦਾ ਸਰੀਰ ਦਾ। ਤਾਂ ਤਿੰਨੇ ਜਿਹੜੇ ਮੈਥਡ ਨੇ ਇਸ ਵੇਲੇ ਇਹ ਕਾਰਗਰ ਨਹੀਂ ਹੈਗੇ। ਇਹਦੇ ਬਾਰੇ ਅੱਜ ਤੱਕ ਵੀ ਕਿਸੇ ਸਾਇੰਸ ਨੇ ਠੀਕ ਢੰਗ ਨਾਲ 100% ਗਰੰਟੀ ਨਾਲ ਨਹੀਂ ਕਿਹਾ ਕਿ ਇਹ ਤਿੰਨ ਤਰੀਕਿਆਂ ਨਾਲ ਬੰਦੇ ਦੀ ਉਮਰ ਵੱਧਦੀ ਹੈ। ਯਾਨੀ ਕਿ ਮਤਲਬ ਤਾਂ ਸਾਡਾ ਇਹ ਹੈ ਨਾ, ਕਿਉਂਕਿ ਕਿਉਰ ਤਾਂ ਇਹਨੂੰ ਕਰਨ ਨੂੰ ਆਪ ਹੀ ਨਹੀਂ ਕਲੇਮ ਹੀ ਨਹੀਂ ਕਰਦਾ ਕੋਈ। ਉਹ ਕਹਿੰਦੇ ਜਿਹੜਾ ਬੰਦਾ 5 ਸਾਲ ਕੱਟ ਗਿਆ ਉਹਨੂੰ ਕਿਉਰ ਮੰਨਿਆ ਜਾਂਦਾ। 5 year ਸਰਵਾਈਵਲ ਇਜ਼ ਕੰਸੀਡਰਡ ਐਜ਼ ਏ ਕਿਉਰ। ਕੋਈ ਕਿਉਰ ਦਾ ਮਤਲਬ ਨਹੀਂ ਪਰਮਾਨੈਂਟਲੀ ਕਿਉਰ ਹੋ ਗਿਆ। ਤਾਂ ਉਹ ਕਿਉਰ ਕਿੰਨੇ % ਲੋਕਾਂ ਨੂੰ ਹੁੰਦਾ? ਹਾਰਡਲੀ 10, 15, 20% ਲੋਕਾਂ ਨੂੰ। 80% ਲੋਕਾਂ ਨੂੰ 5 ਸਾਲ ਵੀ ਨਹੀਂ ਮਿਲਦੇ। ਤਾਂ ਇਹ ਓਵਰਆਲ ਜਿਹੜੀ ਕੈਂਸਰ ਦਾ ਸੀਨ ਹੈ ਕਿ ਕੈਂਸਰ ਦੇ ਇਹਨਾਂ ਤਿੰਨਾਂ ਇਲਾਜਾਂ ਦੇ ਨਾਲ ਬੰਦੇ ਨੂੰ ਕੋਈ ਹੈਲਪ ਹੁੰਦੀ ਹੈ ਜਾਂ ਨਹੀਂ ਹੁੰਦੀ, ਇਸ ਗੱਲ ਦਾ ਕੋਈ ਪ੍ਰੂਫ ਨਹੀਂ, ਸਬੂਤ ਨਹੀਂ ਹੈਗਾ ਸਾਡੇ ਕੋਲ ਕੋਈ ਵੀ। ਇਹਦੇ ਉਲਟ ਸਬੂਤ ਹੈਗੇ ਆ ਕਿ ਜਿਹੜੇ ਬੰਦੇ ਕੀਮੋਥੈਰੇਪੀ ਲੈਂਦੇ ਆ, ਰੇਡੀਓਥੈਰੇਪੀ ਲੈਂਦੇ ਆ, ਸਰਜਰੀ ਕਰਵਾਉਂਦੇ ਆ, ਉਹ ਉਲਟਾ ਉਹਨਾਂ ਦੀ ਲਾਈਫ ਘੱਟ ਜਾਂਦੀ ਹੈ, ਅਤੇ ਜੋ ਨਾ ਕਰਾਉਣ ਤਾਂ ਉਹਨਾਂ ਦੀ ਲਾਈਫ ਬੈਟਰ ਹੁੰਦੀ ਹੈ। ਇਸ ਗੱਲ ਦੇ ਪ੍ਰੂਫ ਬਹੁਤ ਸਾਰੀਆਂ ਸਟੱਡੀਜ਼ ਆ ਗਈਆਂ ਹੁਣ ਜਿਹੜੀਆਂ ਕਹਿੰਦੀਆਂ ਨੇ ਕਿ ਇਹ ਤਿੰਨੇ ਮੈਥਡ ਉਲਟਾ ਤੁਹਾਡੀ ਲੌਂਗੇਵਿਟੀ ਆਫ ਲਾਈਫ ਨੂੰ ਘਟਾਉਂਦੇ ਆ। ਸੋ ਇੱਕ ਤਾਂ ਡਰਨ ਦਾ ਕਾਰਨ ਇਹ ਹੈ ਕਿ ਕੋਈ ਐਸਾ ਇਲਾਜ ਹੈ ਨਹੀਂ ਜਿਹਨੂੰ ਆਪਾਂ ਕਿਉਰ ਕਹਿ ਸਕੀਏ ਅੱਜ ਤੱਕ ਵੀ, ਔਰ ਜੋ ਇਲਾਜ ਹੈਗਾ ਉਹਦੇ ਬਾਰੇ ਕੋਈ ਪ੍ਰੂਫ ਨਹੀਂ ਹੈ ਕਿ ਉਹ ਹੈਲਪ ਕਰਦਾ ਜਾਂ ਨਹੀਂ ਕਰਦਾ। ਅਤੇ ਤੀਜੀ ਗੱਲ, ਮਹਿੰਗਾ ਇੰਨਾ ਹੈ ਕਿ ਬੰਦੇ ਦਾ ਘਰ-ਬਾਰ ਜੁੱਲੀਆਂ ਤੱਕ ਵਿਕ ਜਾਂਦੀਆਂ। ਜਿਹੜੇ ਨੇ ਬੰਦੇ ਦਾ ਕੋਈ ਗਹਿਣਾ ਗੱਟਾ ਵੇਚ ਕੇ, ਜ਼ਮੀਨਾਂ ਵੇਚ ਕੇ, ਕਰਜ਼ੇ ਚੱਕ ਕੇ, ਵਿਚਾਰੇ ਰਿਸ਼ਤੇਦਾਰਾਂ ਤੋਂ ਮੰਗ ਕੇ ਬੁਰੇ ਹਾਲ ਨਹੀਂ ਹੋ ਜਾਂਦਾ ਪਰਿਵਾਰ। ਉਹ ਮਤਲਬ ਕੈਂਸਰ ਦਾ ਇੱਕ ਮਰੀਜ਼ ਘਰ 'ਚ ਆਇਆ ਨਹੀਂ ਤਾਂ ਸਮਝ ਤੋਂ ਸਾਰਾ ਪਰਿਵਾਰ ਜੁੜ ਗਿਆ, ਕਿਉਂਕਿ ਕੋਸ਼ਿਸ਼ ਹਰ ਪਰਿਵਾਰ ਦੀ ਹੁੰਦੀ ਹੈ ਔਰ ਕੁਦਰਤੀ ਗੱਲ ਹੈ, ਕਿਉਂਕਿ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਸਾਡੇ ਨਾਲ, ਜਿਹੜੀ ਉਹਦੀ ਨੇੜਤਾ ਹੈ, ਪਿਆਰ ਹੈ, ਮੁਹੱਬਤ ਹੈ। ਤਾਂ ਉਹਦੇ 'ਚ ਅਸੀਂ ਫਿਰ ਆਲ ਆਊਟ ਜਾ ਕੇ ਸਭ ਕੁਝ ਵੇਚ ਵੱਟ ਕੇ ਸਭ ਕੁਝ ਕਰਕੇ ਜਿਹੜਾ ਉਹਦਾ ਇਲਾਜ ਕਰਾਉਂਦੇ ਹਾਂ। ਅਤੇ ਲੇਕਿਨ ਪੱਲੇ ਕੁਛ ਪੈਂਦਾ ਨਾ ਪਵੇ ਨਾ ਪਵੇ ਕੋਈ ਗਰੰਟੀ ਨਹੀਂ ਹੁੰਦੀ। ਸੋ ਇਹ ਸਾਰੀ ਸੀਨ ਜਿਹੜਾ ਇਹ ਕਿਤੇ ਨਾ ਕਿਤੇ ਡਰਾਉਣਾ ਹੈ ਬਹੁਤ। ਇੱਕ ਤਾਂ ਸਾਰੇ ਪੱਖਾਂ ਤੋਂ ਡਰਾਉਣਾ ਹੈ। ਉਸ ਡਰ 'ਚੋਂ ਜਿਹੜਾ ਹੈ ਜਿਹੜਾ ਤੁਸੀਂ ਕਿਹਾ ਕਿ ਸ਼ੁਰੂ ਵਿੱਚ ਕਿਹਾ ਸੀਗਾ ਵੀ ਕਿ ਬਹੁਤ ਕੈਂਸਰ ਦਾ ਨਾਂ ਸੁਣਦੇ ਡਰ ਲੱਗਦਾ। ਦੂਜੀ ਗੱਲ ਆ ਗਈ, ਹੁਣ ਆਪਾਂ ਆ ਜਾਈਏ ਕਿ ਕਾਰਨ ਕੀ ਨੇ ਇਹਦੇ, ਮੋਟਾ ਜੜ ਕਿੱਥੇ ਹੈ? ਜੜ ਕਿੱਥੇ ਹੈ? ਸੋ ਜੜ ਇਹ ਹੈ ਇਹਦੇ ਅੰਦਰ, ਇਹਨੂੰ ਹੁਣ ਜਿਹੜੀਆਂ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ, ਜੇ ਉਹਨਾਂ ਨੂੰ ਇੱਕ ਸਿੰਗਲ ਲਫ਼ਜ਼ 'ਚ ਸਮ ਅਪ ਕਰਨਾ ਹੋਵੇ ਕਾਹਦੀ ਬਿਮਾਰੀ ਹੈ, ਕੀ ਸਰੀਰ ਨੂੰ ਕੀ ਨੁਕਸ ਪੈ ਗਿਆ, ਤਾਂ ਉਹ ਸਾਰੀਆਂ ਬਿਮਾਰੀਆਂ ਮੈਟਾਬੋਲਿਜ਼ਮ ਦੀਆਂ ਬਿਮਾਰੀਆਂ ਨੇ। ਮੈਟਾਬੋਲਿਜ਼ਮ ਕੀ ਹੈ? ਮੈਟਾਬੋਲਿਜ਼ਮ ਦਾ ਮਤਲਬ ਸਰੀਰ ਦੀ ਮਸ਼ੀਨਰੀ ਕਿੰਨੀ ਐਫੀਸ਼ੀਐਂਟਲੀ ਕੰਮ ਕਰ ਰਹੀ ਹੈ, ਕਿੰਨਾ ਉਹ ਜਿਹਨੂੰ ਕਹਿੰਦੇ ਸਟਰਡੀ ਮਜ਼ਬੂਤ ਢੰਗ ਦੇ ਨਾਲ ਕੰਮ ਕਰ ਰਹੀ ਹੈ, ਉਹਨੂੰ ਆਪਾਂ ਕਹਿੰਦੇ ਮੈਟਾਬੋਲਿਜ਼ਮ। ਮੈਟਾਬੋਲਿਜ਼ਮ ਇੱਕ ਸਾਂਝਾ ਨਾਂ ਹੈ ਸਰੀਰ ਦੀ ਫੰਕਸ਼ਨਿੰਗ ਦਾ, ਕਿ ਸਰੀਰ ਦਾ ਸਾਰਾ ਜਿੰਨੇ ਅੱਡ ਹਿੱਸੇ ਨੇ, ਕਰੋੜ ਸੈੱਲ ਨੇ, ਉਹ ਆਪਸ ਤਾਲਮੇਲ 'ਚ ਰਹਿ ਕੇ ਕੰਮ ਕਰਦੇ ਨੇ, ਉਹ ਕਿੰਨਾ ਕੁ ਵਧੀਆ ਕੰਮ ਕਰ ਰਹੇ ਆ। ਜੇ ਤਾਂ ਵਧੀਆ ਕੰਮ ਕਰ ਰਹੇ ਆ ਤਾਂ ਮੈਟਾਬੋਲਿਜ਼ਮ ਠੀਕ ਹੈ, ਫਿਰ ਕੋਈ ਬਿਮਾਰੀ ਨਹੀਂ ਹੁੰਦੀ। ਫਿਰ ਜਿੰਨੀ ਉਮਰ ਲਿਖੀ ਹੈ ਜਾਂ ਜਿੰਨੀ ਉਮਰ ਜਿਹਨੂੰ ਕਹਿੰਦੇ ਕੁਦਰਤ ਦੇ ਨਿਯਮਾਂ ਅਨੁਸਾਰ ਬਣੀ ਹੋਈ ਹੈ, ਉਨੀ ਉਮਰ ਬੰਦਾ ਭੋਗ ਕੇ ਮਰੇਗਾ। ਲੇਕਿਨ ਜੇ ਉਹਦਾ ਮੈਟਾਬੋਲਿਜ਼ਮ ਡਿਸਟਰਬ ਹੋ ਗਿਆ ਤਾਂ ਉਹਨੂੰ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ। ਉਹਦੇ 'ਚ ਕੈਂਸਰ ਵੀ ਉਹਦਾ ਹਿੱਸਾ। ਸੋ ਕੈਂਸਰ ਕੋਈ ਵੱਖਰੀ ਬਿਮਾਰੀ ਨਹੀਂ ਹੈ। ਡਾਕਟਰ ਸਾਹਿਬ, ਇੱਥੇ ਸਵਾਲ ਇਹ ਪੈਦਾ ਹੋ ਗਿਆ ਕਿ ਜਿਸ ਮੈਟਾਬੋਲਿਜ਼ਮ ਦੀ ਤੁਸੀਂ ਗੱਲ ਕਰਦੇ ਹੋ ਉਹ ਡਿਸਟਰਬ ਕਿਉਂ ਹੁੰਦਾ ਜੀ, ਕਿਵੇਂ ਹੋ ਜਾਂਦਾ ਅਤੇ ਕਿਉਂ ਹੁੰਦਾ? ਉਹ ਗੱਲ ਕਰਦੇ ਆਪਾਂ ਕਿ ਉਹ ਜਿਹੜਾ ਮੈਟਾਬੋਲਿਜ਼ਮ, ਪਹਿਲੀ ਗੱਲ ਤਾਂ ਆਪਾਂ ਇਹ ਸਮਝ ਲਈਏ, ਮੈਂ ਜਿਹੜੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕੈਂਸਰ ਕੋਈ ਐਸੀ ਕੋਈ ਅਜੀਬੋ-ਗਰੀਬ ਬਿਮਾਰੀ ਨਹੀਂ ਹੈ ਕਿ ਬਾਕੀ ਬਿਮਾਰੀਆਂ ਤੋਂ ਵੱਖਰੀ ਹੈ। ਜਿਹੜੇ ਮੈਟਾਬੋਲਿਜ਼ਮ ਦੇ ਖਰਾਬ ਹੋਣ ਨਾਲ ਸਾਨੂੰ ਜ਼ੁਕਾਮ ਬਾਰ-ਬਾਰ ਲੱਗਦਾ ਹੈ, ਜਾਂ ਕਿਸੇ ਨੂੰ ਗਠੀਆ ਹੋ ਜਾਂਦਾ ਹੈ, ਜਾਂ ਕਿਸੇ ਨੂੰ ਚਮੜੀ ਦੀ ਬਿਮਾਰੀ ਹੋ ਜਾਂਦੀ ਹੈ, ਜਾਂ ਕਿਸੇ ਨੂੰ TB ਹੋ ਜਾਂਦੀ ਹੈ, ਉਸੇ ਮੈਟਾਬੋਲਿਜ਼ਮ ਦੇ ਡਿਸਟਰਬ ਹੋਣ ਕਰਕੇ ਹੀ ਕੈਂਸਰ ਹੁੰਦਾ। ਸੋ ਇਸ ਕਰਕੇ ਜੜ ਸਾਂਝੀ ਹੈ, ਮਤਲਬ ਬਿਮਾਰੀ ਹੋਣਾ ਦੀ ਜੜ ਸਾਂਝੀ ਹੈ। ਹੁਣ ਉਸ ਬਿਮਾਰੀ ਨੂੰ ਜਿਹੜੇ ਹੋਣ ਦੇ ਕੈਂਸਰ ਦੇ ਵਿੱਚ ਕੀ ਹੁੰਦਾ, ਬਾਕੀ ਜਿਵੇਂ ਚੀਜ਼ਾਂ ਦੀ ਇਮਿਊਨਿਟੀ ਘੱਟ ਗਈ, ਲੜਨ ਸ਼ਕਤੀ ਘੱਟ ਗਈ, ਤਾਂ ਕੋਈ ਸਾਨੂੰ ਇਨਫੈਕਸ਼ਨ ਹੋ ਗਈ, ਮੰਨ ਲਓ ਸਾਨੂੰ HIV ਹੋ ਗਈ, ਜਾਂ ਕਿਸੇ ਨੂੰ ਕਾਲਾ ਪੀਲੀਆ ਹੋ ਗਿਆ, ਜਾਂ ਕਿਸੇ ਨੂੰ ਲਿਕੋਰੀਆ ਹੋ ਗਿਆ, ਜਾਂ ਕਿਸੇ ਨੂੰ ਪੇਟ ਦੀ ਪ੍ਰੋਬਲਮ ਹੋ ਗਈ, ਜਾਂ ਕਿਸੇ ਨੂੰ ਫੇਫੜਿਆਂ ਦੀ ਪ੍ਰੋਬਲਮ ਹੋ ਗਈ, ਜਾਂ ਜ਼ੁਕਾਮ ਬਾਰ-ਬਾਰ ਨਹੀਂ ਹੋ ਰਿਹਾ, ਤਾਂ ਇਹਦਾ ਮਤਲਬ ਉਹਦੀ ਇਮਿਊਨਿਟੀ ਘਟੀ ਹੋਈ ਆ। ਇਹਦੇ 'ਚ ਇੱਕ ਸਿਸਟਮ ਹੁੰਦਾ ਸੈੱਲ ਦੇ ਅੰਦਰ, ਸਰੀਰ ਦੇ ਅੰਦਰ, ਕਿ ਸਾਡੇ ਸਰੀਰ ਦੇ ਵਿੱਚ ਸੈੱਲ ਜਿਹੜੇ ਨੇ ਲਗਾਤਾਰ ਜੰਮਦੇ ਆ
ਉਮਰ ਭੋਗਦੇ ਆ ਤੇ ਫਿਰ ਮਰ ਜਾਂਦੇ ਆ। ਮਤਲਬ ਅਸੀਂ ਤਾਂ ਇੱਕ ਵਾਰੀ ਮਰਦੇ ਆ ਪੂਰੇ ਸਰੀਰ ਦੇ ਤੌਰ 'ਤੇ, ਲੇਕਿਨ ਸਾਡੇ ਸਰੀਰ 'ਚ ਕਰੋੜਾਂ ਕਰੋੜ ਸੈੱਲ ਰੋਜ਼ ਜੰਮਦੇ ਆ। ਉਹਦੀ ਹਰ ਸੈੱਲ ਦੀ ਇੱਕ ਉਮਰ ਹੁੰਦੀ ਹੈ। ਉਸ ਉਮਰ ਭੋਗਣ ਤੋਂ ਬਾਅਦ ਫਿਰ ਉਹ ਸੈੱਲ ਮਰ ਜਾਂਦੇ ਆ। ਉਹਨਾਂ ਨੂੰ ਸਰੀਰ ਮੈਸੇਜ ਦਿੰਦਾ ਤੁਸੀਂ ਉਹ ਮਰਨਾ ਹੈ। ਤਾਂ ਉਹ ਮਰਨ ਦਾ ਸਿਸਟਮ ਜਿਹੜਾ ਹੈਗਾ ਉਹ ਵਿੱਚ ਹੀ ਬਣਿਆ ਹੋਇਆ ਸਾਡੇ ਸਰੀਰ ਦੇ। ਅਤੇ ਸਾਡੇ ਸਰੀਰ 'ਚ ਇਹੋ ਜਿਹੇ ਸੈੱਲ ਬਣਾਏ ਹੋਏ ਆ ਕਿ ਜਿਹੜੇ ਸੈੱਲ ਕਮਜ਼ੋਰ ਹੋ ਜਾਂਦੇ ਆ ਦੂਜੇ ਸੈੱਲ ਉਹਨੂੰ ਖਾ ਜਾਂਦੇ ਆ। ਉਹਨੂੰ ਕਹਿੰਦੇ ਆਟੋਫੇਜੀ। ਆਟੋ ਦਾ ਮਤਲਬ ਸਾਡਾ ਆਪਣੇ ਸੈੱਲ ਆਪਣੇ ਸੈੱਲਾਂ ਨੂੰ ਫੇਜੀ ਮੀਨਸ ਖਾ ਜਾਣਾ। ਆਟੋਫੇਜੀ ਇੱਕ ਪ੍ਰੋਸੈਸ ਹੈ ਸਰੀਰ ਦੇ ਅੰਦਰ ਜਿਹਦੇ 'ਚ ਕਿ ਪੁਰਾਣੇ ਸੈੱਲਾਂ ਨੂੰ, ਡਾਇੰਗ ਸੈੱਲਾਂ ਨੂੰ, ਬਿਮਾਰ ਸੈੱਲਾਂ ਨੂੰ, ਕਮਜ਼ੋਰ ਸੈੱਲਾਂ ਨੂੰ, ਜਿਹੜੇ ਸਾਡੇ ਡਿਫੈਂਸ ਸਿਸਟਮ ਦੇ ਸੈੱਲ ਨੇ ਉਹ ਖਾ ਜਾਂਦੇ ਆ। ਉਹਨੂੰ ਕਹਿੰਦੇ ਆਟੋਫੇਜੀ। ਹੁਣ ਜਦੋਂ ਮੈਟਾਬੋਲਿਜ਼ਮ ਡਿਸਟਰਬ ਹੁੰਦਾ ਹੈ ਤਾਂ ਆਟੋਫੇਜੀ ਡਿਸਟਰਬ ਹੋ ਜਾਂਦੀ ਹੈ। ਆਟੋਫੇਜੀ ਦਾ ਜਿਹੜਾ ਫਿਨੋਮੀਨਾ ਸੀਗਾ, ਇਹਦੇ ਅੰਦਰ ਨੋਬਲ ਪ੍ਰਾਈਜ਼ ਮਿਲਿਆ ਜਿਸ ਬੰਦੇ ਨੇ ਸਭ ਤੋਂ ਪਹਿਲਾਂ ਕੱਢਿਆ। ਉਹਨੇ ਦੱਸਿਆ ਕਿ ਆਟੋਫੇਜੀ ਸਾਡੇ ਸਰੀਰ 'ਚ ਹੈਗੀ ਹੈ ਅਤੇ ਜੇ ਆਟੋਫੇਜੀ ਡਿਸਟਰਬ ਹੁੰਦੀ ਹੈ ਤਾਂ ਕੈਂਸਰ ਬਣਦਾ। ਉਹਨੂੰ ਬੰਦੇ ਨੂੰ ਨੋਬਲ ਪ੍ਰਾਈਜ਼ ਮਿਲਿਆ। ਤਾਂ ਉਹ ਜਿਹੜਾ ਸੀਗਾ ਆਟੋਫੇਜੀ ਦਾ ਪ੍ਰੋਸੈਸ ਹੈ, ਉਹ ਜੇ ਮੈਟਾਬੋਲਿਜ਼ਮ ਸਾਡਾ ਪ੍ਰੋਪਰ ਨਹੀਂ, ਜਿਵੇਂ ਇਮਿਊਨਿਟੀ ਡਿਸਟਰਬ ਹੁੰਦੀ ਹੈ ਇੱਦਾਂ ਸਾਡੀ ਆਟੋਫੇਜੀ ਡਿਸਟਰਬ ਹੋ ਜਾਂਦੀ ਹੈ। ਜਦੋਂ ਆਟੋਫੇਜੀ ਡਿਸਟਰਬ ਹੋਏਗੀ ਤਾਂ ਉਹ ਜਿਹੜਾ ਸੈੱਲ ਮਰਨ ਤੋਂ ਇਨਕਾਰੀ ਹੋ ਗਿਆ ਉਹ ਕੈਂਸਰ ਸੈੱਲ ਬਣ ਜਾਂਦਾ। ਉਹ ਮਤਲਬ ਬਾਗੀ ਹੋ ਗਿਆ ਕਿ ਮੈਂ ਨਹੀਂ ਮਰਦਾ। ਤਾਂ ਉਹ ਕੀ ਕਰਦਾ ਫਿਰ ਉਹ ਆਸਿਓ ਪਾਸਿਓਂ ਨਿਊਟ੍ਰੀਸ਼ਨ ਲੈਣਾ ਸ਼ੁਰੂ ਕਰ ਦਿੰਦਾ, ਕਿਉਂਕਿ ਜਿਹਨੇ ਅਮਰ ਹੋਣਾ ਤਾਂ ਉਹਨੂੰ ਬਾਕੀਆਂ ਦਾ ਹਿੱਸਾ ਲੈਣਾ ਪਏਗਾ ਨਾ। ਤਾਂ ਉਹ ਫਿਰ ਬਾਕੀਆਂ ਦਾ ਖੂਨ ਚੂਸਣਾ ਸ਼ੁਰੂ ਕਰ ਦਿੰਦਾ ਅਤੇ ਉਹ ਮਰਨ ਤੋਂ ਜਵਾਬ ਦੇ ਜਾਂਦਾ। ਅਤੇ ਉਹ ਸੈੱਲ ਜਿਹੜੇ ਲਗਾਤਾਰ ਫਿਰ ਵਧੀ ਜਾਂਦੇ ਆ। ਜਿੰਨੇ ਕੁ ਉੱਥੇ ਵੱਧਦੇ ਆ, ਜਦੋਂ ਉੱਥੇ ਥਾਂ ਨਹੀਂ ਬਚੀ ਫਿਰ ਉਹ ਹੋਰ ਥਾਵਾਂ 'ਤੇ ਸਪਰੈਡ ਕਰਨਾ ਸ਼ੁਰੂ ਕਰ ਦਿੰਦੇ ਆ। ਉਹ ਖੂਨ ਰਾਹੀਂ ਜਾਂ ਫਿਜ਼ੀਕਲੀ ਨਾਲ ਨੇੜੇ ਸਪਰੈਡ ਕਰੀ ਜਾਂਦੇ ਆ, ਕਿਉਂਕਿ ਉਹ ਸੈੱਲ ਜਿਹੜਾ ਮਰਨ ਤੋਂ ਬਾਕੀ ਹੋ ਗਿਆ। ਡਾਕਟਰ ਸਾਹਿਬ ਇੱਕ ਚੀਜ਼ ਜਿਹੜੀ ਸਭ ਨੂੰ ਲਗਭਗ ਹਰੇਕ ਨੂੰ ਸਤਾਉਂਦੀ ਹੈ ਕਿ ਮੈਨੂੰ ਕਿਤੇ ਕੈਂਸਰ ਨਾ ਹੋ ਜਾਵੇ। ਜਦੋਂ ਕਿਸੇ ਆਲੇ ਦੁਆਲੇ ਕੈਂਸਰ ਵਾਲੇ ਪੇਸ਼ੈਂਟ ਨੂੰ ਦੇਖਦਾ ਜਾਂ ਫਿਰ ਕੈਂਸਰ ਵਾਲੇ ਮਾਮਲੇ ਨੂੰ ਵਿਚਰਦੇ ਦੇਖਦਾ, ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਚੀਜ਼ ਹੁੰਦੀ ਹੈ ਸਾਡਾ ਮੈਟਾਬੋਲਿਜ਼ਮ, ਸਾਡੀ ਜਿਹੜੀ ਆਟੋਫੀਜ਼ੀ ਹੈਗੀ ਹੈ, ਇਹਨੂੰ ਡਿਸਟਰਬ ਹੋਣ ਤੋਂ ਫਿਰ ਇੱਥੇ ਤਾਂ ਸਵਾਲ ਇਹੀ ਹੈ ਜੀ ਕਿ ਕਿਵੇਂ ਰੋਕ ਸਕਦੇ ਹਾਂ ਅਸੀਂ, ਇਹ ਵੀ ਗੱਲ ਕਰਾਂਗੇ। ਸਾਨੂੰ ਇਹ ਦੱਸੋ ਵੀ ਕੁਦਰਤ ਦੇ ਵਿੱਚ ਇੱਦਾਂ ਦਾ ਕੋਈ ਟਰੀਟਮੈਂਟ, ਇੱਦਾਂ ਦਾ ਕੋਈ ਇਲਾਜ ਪੋਸੀਬਲ ਹੈਗਾ ਕਿ ਅਸੀਂ ਉਸ ਵਾਲੇ ਪਾਸੇ ਨੂੰ ਜਾਈਏ ਨਾ, ਸਾਡੀ ਜਿਹੜੀ ਆਟੋਫੀਜ਼ੀ ਹੈਗੀ, ਮੈਟਾਬੋਲਿਜ਼ਮ ਹੈਗਾ ਉਹ ਡਿਸਟਰਬ ਹੋਵੇ ਹੀ ਨਾ। ਇਸ ਤਰ੍ਹਾਂ ਦਾ ਕੋਈ ਨਿਯਮ ਕੁਦਰਤ ਨੇ ਸਾਨੂੰ ਦਿੱਤੇ ਨੇ ਜੀ? ਬਿਲਕੁਲ। ਸੋ ਉਹਦੇ 'ਚ ਆਪਾਂ ਪਹਿਲਾਂ ਦੇਖੀਏ ਵੀ ਮੈਟਾਬੋਲਿਜ਼ਮ ਡਿਸਟਰਬ ਕੌਣ ਕਰਦਾ, ਫਿਰ ਆਪਾਂ ਉੱਥੇ ਆ ਜਾਵਾਂਗੇ ਕਿ ਉਹਦੇ ਹੱਲ ਕੀ ਨੇ। ਉਹ ਮੈਟਾਬੋਲਿਜ਼ਮ ਜਿਹੜਾ ਡਿਸਟਰਬ ਹੁੰਦਾ ਸਾਡਾ, ਉਹ ਕਿੱਦਾਂ ਹੁੰਦਾ ਕਿ ਸਾਨੂੰ ਸਭ ਤੋਂ ਜ਼ਿਆਦਾ ਚਾਹੀਦੀ ਹੈ ਹਵਾ। ਸਾਹ ਲੈਣ ਵਾਸਤੇ ਸਭ ਤੋਂ ਜ਼ਿਆਦਾ ਮਾਤਰਾ 'ਚ ਅਸੀਂ ਹਵਾ ਅੰਦਰ ਲੈ ਕੇ ਜਾਂਦੇ ਹਾਂ। ਹਵਾ ਅੰਦਰ ਜਾਂਦੀ ਹੈ, ਫਿਰ ਉਹਦਾ ਕੁਛ ਹਿੱਸਾ ਖੂਨ 'ਚ ਰਚ ਜਾਂਦਾ, ਕੁਝ ਬਾਕੀ ਦਾ ਬਾਹਰ ਆ ਜਾਂਦਾ। ਫਿਰ ਹਵਾ ਅੰਦਰ ਜਾਂਦੀ ਹੈ, ਫਿਰ ਕੁਛ ਹਿੱਸਾ ਖੂਨ 'ਚ ਰਚਦਾ, ਫਿਰ ਬਾਹਰ ਆ ਜਾਂਦਾ। ਉਹ ਜਦੋਂ ਬਾਹਰ ਆਉਂਦਾ ਤਾਂ ਉਹਦੇ ਨਾਲ ਜਿਹੜੀਆਂ ਅੰਦਰਲੀਆਂ ਗੈਸਾਂ ਜਿਹੜੀਆਂ ਅੰਦਰ ਬਣੀਆਂ ਹੁੰਦੀਆਂ ਨੇ ਉਹ ਵੇਸਟ ਪ੍ਰੋਡਕਟ ਵੀ ਬਾਹਰ ਆਉਂਦਾ। ਤਾਂ ਇਹ ਸਾਹ ਦੀ ਪ੍ਰਣਾਲੀ ਹੈ। ਅਤੇ ਜੇ ਸਾਡੀ ਸਾਹ ਲੈਣ ਵਾਲੀ ਹਵਾ ਦੇ ਅੰਦਰ ਜ਼ਹਿਰ ਹੋਣਗੇ ਤਾਂ ਇੱਕ ਤਾਂ ਉਹ ਮੈਟਾਬੋਲਿਜ਼ਮ ਡਿਸਟਰਬ ਕਰਦੇ ਆ। ਸੋ ਏਅਰ ਪੋਲਿਊਸ਼ਨ, ਕਿ ਹਵਾ ਦਾ ਪ੍ਰਦੂਸ਼ਿਤ ਹੋਣਾ ਜਿਹੜਾ ਉਹ ਬਹੁਤ ਵੱਡਾ ਕਾਰਨ ਹੈ ਕੈਂਸਰ ਹੋਣ ਦਾ। ਕੈਂਸਰ ਨਹੀਂ ਇਕੱਲਾ, ਮੈਟਾਬੋਲਿਜ਼ਮ ਡਿਸਟਰਬ ਹੋਣ ਦਾ, ਜਿਹਦਾ ਇੱਕ ਫਾਰਮ ਕੈਂਸਰ ਹੈ। ਮੈਟਾਬੋਲਿਜ਼ਮ ਡਿਸਟਰਬ ਹੈ ਤੇ ਇੱਕ ਫਾਰਮ ਉਹਦੀ ਕੈਂਸਰ ਹੈ। ਫਿਰ ਦੂਜੇ ਨੰਬਰ 'ਤੇ ਆ ਗਿਆ ਪਾਣੀ। ਹਵਾ ਤੋਂ ਬਾਅਦ ਅਸੀਂ 2 ਨੰਬਰ ਦਾ ਜਿਹੜਾ ਜਿਹੜੀ ਚੀਜ਼ ਅਸੀਂ ਜਿਹਦੇ 'ਤੇ ਨਿਰਭਰ ਹਾਂ ਉਹ ਹੈਗਾ ਪਾਣੀ। ਅਸੀਂ 4 ਲੀਟਰ 5 ਲੀਟਰ ਪਾਣੀ ਰੋਜ਼ ਪੀਣਾ ਹੁੰਦਾ। ਫਿਰ ਸਾਡੀ ਚਮੜੀ ਨੂੰ ਲੱਗਦਾ ਜਿਹੜਾ ਪਾਣੀ ਉਹ ਵੱਖਰਾ, ਕਿ ਅਸੀਂ ਨਹਾਉਂਦੇ ਹਾਂ, ਮੂੰਹ ਧੋਂਦੇ ਹਾਂ, ਪਾਣੀ 'ਚ ਵੜਦੇ ਹਾਂ, ਤਾਂ ਉਹ ਵੱਖਰਾ। ਉਹ ਜਿਹੜਾ ਸਾਰਾ ਪਾਣੀ ਹੈ ਜੇ ਉਹ ਵੀ ਉਹ ਟਾਕਸਿਕ ਹੋਏਗਾ, ਜ਼ਹਿਰੀਲਾ ਹੋਏਗਾ, ਤਾਂ ਉਹ ਵੀ ਮੈਟਾਬੋਲਿਜ਼ਮ ਡਿਸਟਰਬ ਕਰੇਗਾ। ਤਾਂ ਆਪਾਂ ਨੂੰ ਪਤਾ ਵੀ ਸਾਡੀ ਹਵਾ ਵੀ ਬਹੁਤ ਪ੍ਰਦੂਸ਼ਿਤ ਹੈ, ਸਾਡਾ ਪਾਣੀ ਵੀ ਬਹੁਤ ਪ੍ਰਦੂਸ਼ਿਤ ਹੈ। ਤੀਜਾ ਆ ਗਿਆ ਫੂਡ, ਕਿ ਜੇ ਮਿੱਟੀ ਵੀ ਪ੍ਰਦੂਸ਼ਿਤ ਹੋ ਗਈ ਨਾਲ, ਤਾਂ ਜੇ ਉਹਦੇ 'ਚ ਖਾਣਾ ਬਣੇਗਾ ਉਹ ਵੀ ਪ੍ਰਦੂਸ਼ਿਤ ਹੋਏਗਾ। ਅੱਜ ਸਾਨੂੰ ਪਤਾ ਵੀ ਸਾਡਾ ਖਾਣਾ ਵੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ। ਤਾਂ ਹਵਾ ਪ੍ਰਦੂਸ਼ਿਤ ਹੋ ਗਈ, ਪਾਣੀ ਪ੍ਰਦੂਸ਼ਿਤ ਹੋ ਗਿਆ, ਖਾਣਾ ਪ੍ਰਦੂਸ਼ਿਤ ਹੋ ਗਿਆ। ਅੱਗੇ ਪ੍ਰਦੂਸ਼ਣ ਤੋਂ ਬਾਅਦ ਵੀ ਅੱਗੇ ਸਾਡੇ ਅੰਦਰ ਇੰਡਸਟਰੀਲਾਈਜੇਸ਼ਨ ਆਫ ਫੂਡ ਹੈ, ਕਿ ਫੂਡ ਇੰਡਸਟਰੀ ਇੱਕ ਇਹੋ ਜਿਹੀ ਇੰਡਸਟਰੀ ਹੈ ਜਿਹਦਾ ਕੰਮ ਹੈ ਆਪਣਾ ਧੰਦਾ ਕਰਨ ਲਈ ਉਹਨੇ ਚੰਗੇ ਭਲੇ ਫੂਡ ਨੂੰ ਜਿਹੜਾ ਖੇਤਾਂ 'ਚੋਂ ਪੈਦਾ ਹੋਇਆ ਉਹਨੂੰ ਪਹਿਲਾਂ ਆਪਣੀ ਫੈਕਟਰੀ 'ਚ ਲੈ ਕੇ ਜਾਣਗੇ, ਫਿਰ ਉਹਦੇ ਉੱਪਰ ਸੁਆਹ ਕੇ ਉਡਾਉਣਗੇ ਅਤੇ ਉਹਨੂੰ ਅਟਰੈਕਟਿਵ ਜਿਹੇ ਰੰਗ ਬਿਰੰਗੇ ਲੇਬਲਾਂ 'ਚ ਲਿਆ ਕੇ, ਬੋਤਲਾਂ 'ਚ ਭਰ ਕੇ, ਡੱਬਿਆਂ 'ਚ ਭਰ ਕੇ ਫਿਰ ਸਾਨੂੰ ਪਰੋਸ ਦੇਣਗੇ। ਉਹ ਜਿੰਨੇ ਸਨਅਤੀਕਰਨ ਹੋਇਆ ਫੂਡ ਦਾ, ਉਹਦੇ ਅੰਦਰ ਹੋਰ ਜ਼ਹਿਰ ਐਡ ਕਰਤੇ ਉਹਨਾਂ ਨੇ। ਉਹ 'ਚ ਕੁਛ ਸਵਾਰ ਨਹੀਂ ਸਕਦੇ। ਉਹ ਜਿਹੜਾ ਫੂਡ ਖੇਤ 'ਚ ਪੈਦਾ ਹੋ ਗਿਆ ਸਭ ਤੋਂ ਉੱਤਮ ਫੂਡ ਹੈ ਉਹਦਾ ਕੋਈ ਸਵਾਰ ਤਾਂ ਸਕਦੇ ਨਹੀਂ, ਲੇਕਿਨ ਉਹ ਆਪਣੇ ਵੇਚਣ ਵਾਸਤੇ, ਕਿਉਂਕਿ ਉਹਨਾਂ ਨੇ ਆਪਣੇ ਬ੍ਰਾਂਡ ਵੇਚਣੇ ਹੈ। ਅਤੇ ਉਹ ਜੇ ਖੇਤੀ ਤੋਂ ਸਿੱਧਾ ਹੀ ਵਿਕਣ ਲੱਗ ਜੇ ਉਹ, ਤਾਂ ਫਿਰ ਉਹਦਾ ਤਾਂ ਮਾਈਨਸ ਹੋ ਜਾਣਗੇ ਵਿੱਚੋਂ ਜਿਹੜੇ ਵੱਡੇ ਇੰਡਸਟਰੀਲਿਸਟ ਨੇ। ਉਹ ਕੀ ਕਰਦੇ ਆ, ਉਹ ਐਸਾ ਕਲਚਰ ਕ੍ਰੀਏਟ ਕਰਦੇ, ਫੂਡ ਕਲਚਰ, ਕਿ ਤੁਹਾਡੇ ਬੱਚੇ ਤਾਂ ਤੁਸੀਂ ਉਹ ਚੀਜ਼ ਨਾ ਖਾਓ ਜਿਹੜੀ ਖੇਤ 'ਚੋਂ ਆ ਰਹੀ ਹੈ, ਤੁਸੀਂ ਉਹ ਚੀਜ਼ ਖਾਓ ਜਿਹੜੀ ਇੰਡਸਟਰੀ 'ਚੋਂ ਆ ਰਹੀ ਹੈ।
ਪਹਿਲਾਂ ਖੇਤ 'ਚੋਂ ਇੰਡਸਟਰੀ 'ਚ ਲੈ ਕੇ ਜਾਣਗੇ, ਇੰਡਸਟਰੀ ਤੋਂ ਫਿਰ ਉਹਦੇ 'ਚ ਸੁਆਹ ਖੇਡਾਉਣਗੇ। ਜਿਵੇਂ ਮੰਨ ਲਓ ਤੇਲਾਂ ਨੂੰ ਰਿਫਾਈਨ ਕਰਨਾ, ਪਹਿਲਾਂ ਡਾਲਡਾ ਘਿਓ ਬਣਾਉਂਦੇ ਸੀ, ਹੁਣ ਤੇ ਰਿਫਾਈਨ ਕਰਨ ਲੱਗ ਗਏ ਆ। ਗੰਨੇ ਤੋਂ ਚੀਨੀ ਬਣਾਉਣਾ, ਚੀਨੀ ਤਾਂ ਕੋਈ ਆਮ ਬੰਦਾ ਨਹੀਂ ਬਣਾ ਸਕਦਾ, ਗੁੜ ਸ਼ੱਕਰ ਬਣਾ ਸਕਦਾ, ਤਾਂ ਚੀਨੀ ਬਣਾਉਣਾ। ਇਸ ਤਰ੍ਹਾਂ ਕਿੰਨੀਆਂ ਚੀਜ਼ਾਂ ਨੇ, ਲਗਭਗ ਫੂਡ ਦੇ ਅੰਦਰ 70% ਜਿਹੜਾ ਫੂਡ ਸਾਡੇ ਕੋਲ ਅਵੇਲੇਬਲ ਨੇ ਉਹ ਸਾਰੇ ਇੰਡਸਟਰੀਅਲ ਫੂਡਸ ਨੇ। ਜਾਂ ਫਿਰ ਉਹਨਾਂ ਦੇ ਪੈਦਾ ਕਰਨ ਦਾ ਤਰੀਕਾ ਇੰਡਸਟਰੀਲਾਈਜੇਸ਼ਨ ਕਰਤਾ ਗਿਆ, ਜਿੱਦਾਂ ਪੈਦਾ ਹੋ ਰਹੇ ਆ ਉਹ ਵੀ ਇੰਡਸਟਰੀਲਾਈਜ਼ਡ ਹੈ। ਉਹ 'ਚ ਐਂਟੀਬਾਇਓਟਿਕ, ਜਿਵੇਂ ਪੋਲਟਰੀ ਹੈ ਮੰਨ ਲਓ ਤੁਸੀਂ, ਅੰਡੇ ਆ ਉਹਦੇ 'ਤੇ ਐਂਟੀਬਾਇਓਟਿਕ ਮੁਰਗੀਆਂ ਨੂੰ ਦਿੰਦੇ ਆ। ਇਸ ਤਰ੍ਹਾਂ ਡੰਗਰ ਨੇ, ਉਹਨਾਂ ਦੀ ਫੀਡ ਦੇ ਅੰਦਰ ਜ਼ਹਿਰ ਨੇ, ਫਿਰ ਉਹਦੇ ਵਿੱਚ ਟੀਕੇ ਲਾਉਣ ਲਈ, ਉਹ ਦੁੱਧ ਚੋਣ ਲਈ ਟੀਕੇ ਲਾਈ ਜਾਂਦੇ ਆ, ਉਹਦੇ 'ਚ ਸੁਆਹ ਕੇ ਜਿਹੜਾ ਸਾਰਾ ਉਹ ਵੱਖਰਾ, ਉਹ ਵੀ ਇੰਡਸਟਰੀਲਾਈਜੇਸ਼ਨ ਹੋ ਗਈ। ਉਹ ਸਾਰੇ ਦਾ ਸਾਰਾ ਸਾਡੀ ਹਵਾ, ਪਾਣੀ ਅਤੇ ਭੋਜਨ ਤਿੰਨੋਂ ਜ਼ਹਿਰੀਲੇ ਹੋ ਗਏ ਨਾ। ਇਹ ਬਹੁਤ ਵੱਡੀ ਹੈ। ਤੀਜਾ ਕੁਛ ਚੌਥਾ ਹੁੰਦਾ ਕਿ ਸਾਡੇ ਜਿਹੜਾ ਲਾਈਫ ਸਟਾਈਲ ਹੈ ਉਹ ਕਈ ਵਾਰੀ ਅਸੀਂ ਬਹੁਤ ਖਰਾਬ ਕਰ ਲੈਂਦੇ ਹਾਂ। ਮਤਲਬ ਅਸੀਂ ਬੈਠੇ ਰਹਿੰਦੇ ਸਾਰਾ ਦਿਨ, ਕਦੇ ਜਾਂਦੇ ਨਹੀਂ, ਧੁੱਪੇ ਨਹੀਂ ਜਾ ਰਹੇ। ਹੁਣ ਧੁੱਪ ਜਿਹੜੀ ਹੈ ਇਹ ਸਰੀਰ ਨੂੰ ਬਹੁਤ ਜ਼ਰੂਰੀ ਚਾਹੀਦੀ ਹੁੰਦੀ ਹੈ ਹੈਲਦੀ ਰੱਖਣ ਲਈ। ਸਰੀਰ ਦੀ ਮਸ਼ੀਨਰੀ ਨੂੰ ਵਧੀਆ ਢੰਗ ਨਾਲ ਉਹਦਾ ਮੈਟਾਬੋਲਿਜ਼ਮ ਕਰਨ ਲਈ ਧੁੱਪ ਚਾਹੀਦੀ ਹੈ। ਧੁੱਪ ਦੇ ਵਿੱਚ ਵਿਟਾਮਿਨ ਡੀ ਬਣਦਾ, ਹੋਰ ਅਨੇਕਾਂ ਤਰੀਕਿਆਂ ਨਾਲ। ਜਿਵੇਂ ਪੌਦੇ ਸੂਰਜ ਤੋਂ ਊਰਜਾ ਲੈ ਕੇ ਭੋਜਨ ਬਣਾਉਂਦੇ ਆ, ਸਾਡਾ ਸਰੀਰ ਡਾਇਰੈਕਟ ਵੀ ਸੂਰਜ ਦੀ ਊਰਜਾ ਤੋਂ ਬਹੁਤ ਕੁਛ ਕਰਦਾ ਅੰਦਰ, ਜਾਂ ਆਪਣੀ ਐਨਰਜੀ ਲੈਂਦਾ। ਤਾਂ ਉਹ ਜਿਹੜਾ ਉਹ ਅਸੀਂ ਧੁੱਪ 'ਚ ਨਹੀਂ ਜਾਣਾ, ਐਂਟੀ ਧੁੱਪ ਹੋ ਗਏ ਅਸੀਂ। ਫਿਰ ਜਿਹੜਾ ਹੈ ਤੁਹਾਡਾ ਸਾਰਾ ਲਾਈਫ ਸਟਾਈਲ ਜਿਹੜਾ ਜਿੱਦਾਂ ਦਾ ਉਹ ਹੈ। ਫਿਰ ਸਾਡੇ ਅੱਜ ਕੱਲ੍ਹ ਥਾਟਸ ਜਿੱਦਾਂ ਦੇ ਹੋ ਗਏ, ਤੁਸੀਂ ਦੇਖਿਆ ਕਿ ਲੋਕ ਕਿੱਦਾਂ ਦੇ ਹੋ ਗਏ ਆ ਕਿ ਉਹਦੇ ਅੰਦਰ ਪ੍ਰੇਮ, ਮੁਹੱਬਤ, ਕੋਆਪਰੇਸ਼ਨ, ਜਿਹੜੇ ਕਿ ਖੁਸ਼ੀ ਦਾ ਇੱਕ ਸਰੋਤ ਸੀਗੇ, ਕਿ ਤੁਸੀਂ ਇੱਕ ਸੋਸ਼ਲਾਈਜ਼ ਕਰਦੇ ਹੋ, ਵੀਨਸ 'ਚ ਰਹਿੰਦੇ ਹੋ। ਮੇਰਾ ਪਰਿਵਾਰ, ਸਾਡਾ ਪਿੰਡ, ਸਾਡਾ ਮੁਹੱਲਾ, ਸਾਡਾ ਸਮਾਜ, ਅਸੀਂ ਪੰਜਾਬੀ ਤੋਂ ਕੋਆਪਰੇਸ਼ਨ ਦੀ, ਕਿ ਅਸੀਂ ਇੱਕ ਦੂਜੇ ਨਾਲ ਸਹਿ ਹੋਂਦ ਹੈ ਸਾਡੀ। ਪਹਿਲੀ ਗੱਲ ਤਾਂ ਮਨੁੱਖਾਂ ਨਾਲ ਹੈ, ਫਿਰ ਮਨੁੱਖਾਂ ਦੀ ਡੰਗਰਾਂ ਨਾਲ ਹੈ, ਫਿਰ ਮਨੁੱਖਾਂ ਦੀ ਹੋਰ ਕੀੜੇ ਮਕੌੜਿਆਂ ਨਾਲ ਹੈ, ਫਿਰ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਉਹ ਕਿਉਂ ਕਰਦੇ ਹਾਂ? ਇਸੇ ਕਰਕੇ ਕਿਉਂਕਿ ਜਦੋਂ ਗੁਰੂ ਸਾਹਿਬ ਨੇ, ਜਾਂ ਦੇਖੋ ਸੂਫੀ ਸੰਤ ਨੇ, ਹੋਰ ਨੇ ਸਾਰੇ ਜਿਹੜੇ ਨੇ, ਜਾਂ ਉਪਨਿਸ਼ਦ ਨੇ, ਤਾਂ ਸਾਰੇ ਕਿੱਥੇ ਗੱਲ ਕਰਦੇ ਆ? ਪੂਰੇ ਯੂਨੀਵਰਸ ਦੀ ਗੱਲ ਕਰਦੇ ਹੋ, ਯੂਨੀਵਰਸ ਦੇ ਸਾਰੇ ਜੀਵਾਂ ਦੀ ਗੱਲ ਕਰਦੇ ਆ। ਕਿਉਂਕਿ ਭਲਾ ਸੋਈ ਸਰਬੱਤ ਦਾ ਸਕਦਾ। ਜੇ ਤੁਸੀਂ ਕਿਸੇ ਵੀ ਇੱਕ ਵੀ ਪ੍ਰਜਾਤੀ ਦਾ ਕੋਈ ਬੁਰਾ ਕਰਦੇ ਹੋ ਤਾਂ ਸਾਰਿਆਂ ਦਾ ਬੁਰਾ ਹੁੰਦਾ। ਇੱਕ ਕੁਦਰਤ ਦੇ ਨਿਯਮ 'ਚ ਹੈ। ਅੱਜ ਤੁਸੀਂ ਦੇਖ ਲਓ ਅਸੀਂ ਕੀ ਕਰਦੇ ਹਾਂ, ਕੋਈ ਹਿਸਾਬ ਕਿਤਾਬ ਨਹੀਂ। ਜੋ ਸਪਰੇਆਂ ਕਰਦੇ ਹਾਂ, ਜੋ ਅਸੀਂ ਮਾਰ ਧਾੜ ਕਰਦੇ ਹਾਂ, ਜੋ ਅਸੀਂ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਜੋ ਕੁਝ ਅਸੀਂ ਆਪਣੀ ਨਿੱਜੀ ਹਿੱਤਾਂ ਖਾਤਰ ਸਮਾਜ ਲਈ ਬੀਜ ਰਹੇ ਹਾਂ, ਉਹ ਤਾਂ ਕਿਤੇ ਨਾ ਕਿਤੇ ਮੁੜ ਕੇ ਵਾਪਸ ਸਾਡੇ ਕੋਲ ਉਹ ਚੀਜ਼ ਸਾਡੇ ਕੋਲ ਆ ਰਹੀ ਹੈ। ਆਏਗੀ ਕਿਉਂਕਿ ਨਿਯਮ ਹੈ ਨਾ। ਜੋ ਸਾਰਾ ਸਿਸਟਮ ਬੱਝਿਆ ਹੋਇਆ ਹੈ, ਚਾਹੇ ਉਹ ਸਮਾਜ ਹੈ, ਚਾਹੇ ਉਹ ਨੇਚਰ ਹੈ, ਚਾਹੇ ਟੋਟਲ ਇਕੋਲੋਜੀ ਹੈ, ਜਾਂ ਕਾਸਮਿਕ ਊਰਜਾ, ਇਹ ਸਾਰੇ ਕਿਸੇ ਇੱਕ ਨਿਯਮ 'ਚ ਬੱਧੇ ਹੋਏ ਆ। ਹੁਕਮ, ਗੁਰੂ ਗ੍ਰੰਥ ਸਾਹਿਬ ਜਿਹੜੇ ਬਾਰ-ਬਾਰ ਲਫ਼ਜ਼ ਹੁਕਮ ਬਣਾਉਂਦਾ, ਹੁਕਮ ਦਾ ਮਤਲਬ ਨੇਚਰਲ ਲਾਅ, ਕਿ ਨੇਚਰ ਦਾ ਲਾਅ ਫਿਰ ਬ੍ਰਹਿਮੰਡ ਦੇ ਲਾਜ਼ ਨੇ। ਤਾਂ ਉਹ ਸਾਰੇ ਲਾਜ਼ ਦੇ ਅਧੀਨ ਹੀ ਸਭ ਕੁਝ ਹੋਣਾ। ਅਤੇ ਜੇ ਤੁਸੀਂ ਮੰਨ ਲਓ ਨਫ਼ਰਤ ਫੈਲਾਓਗੇ ਤਾਂ ਨਫ਼ਰਤ ਵਾਪਸ ਆਏਗੀ, ਪਿਆਰ ਫੈਲਾਓਗੇ ਪਿਆਰ ਵਾਪਸ ਆਏਗਾ। ਜੇ ਤੁਸੀਂ ਕੋਆਪਰੇਸ਼ਨ ਦੀ ਸੈਂਸ ਨਾਲ ਰਹੋਗੇ ਤਾਂ ਕੋਆਪਰੇਸ਼ਨ ਮਿਲੇਗੀ। ਜੇ ਤੁਸੀਂ ਮੈਂ ਕਰਦੇ ਫਿਰੀ ਜਾਓਗੇ ਤਾਂ ਫਿਰ ਉਹਦਾ ਅਗਲਾ ਵੀ ਮੈਂ ਕਰਦਾ ਫਿਰੀ ਜਾਊਗਾ, ਉਹ ਆਪਣੀ ਮੈਂ ਲੈ ਕੇ ਫਿਰੀ ਜਾਓ। ਤਾਂ ਉਹ ਇਸ ਹਾਲਤ ਇਹ ਹੋ ਗਈ ਹੈ। ਉਹਦੇ ਨਾਲ ਕੀ ਹੁੰਦਾ ਕਿ ਤਣਾਅ ਹੁੰਦਾ, ਬਹੁਤ ਜ਼ਿਆਦਾ ਸਟ੍ਰੈਸ ਜਨਰੇਟ ਹੁੰਦਾ। ਜਦੋਂ ਸਟ੍ਰੈਸ ਜਨਰੇਟ ਹੁੰਦਾ ਤਾਂ ਉਹਦੇ ਅੰਦਰ ਫਿਰ ਸਟ੍ਰੈਸ ਹਾਰਮੋਨਸ ਬਣਦੇ ਆ। ਉਹ ਸਟ੍ਰੈਸ ਹਾਰਮੋਨਸ ਬਹੁਤ ਤਕੜੇ ਜ਼ਹਿਰ ਨੇ। ਸਟ੍ਰੈਸ ਹਾਰਮੋਨਸ ਆਪਣੇ ਆਪ 'ਚ ਬਹੁਤ ਵੱਡੇ ਜ਼ਹਿਰ ਨੇ। ਸੋ ਸਟ੍ਰੈਸ 'ਚ ਅੱਜ ਦਾ ਮਨੁੱਖ ਬਹੁਤ ਹੈ, ਮਾਰੀ ਹੈ। ਅੱਛਾ ਤੁਸੀਂ ਅੱਜ ਆਲੇ ਦੁਆਲੇ ਦੇਖੋ ਵੀ ਲੋਕ ਪਤਾ ਨਹੀਂ ਕਿੱਥੇ ਪਹੁੰਚਣਾ ਚਾਹੁੰਦੇ ਆ, ਕੀ ਤਾਰੇ ਤੋੜਨਾ ਚਾਹੁੰਦੇ ਆ। ਬੱਚੇ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੇ ਅਸੀਂ ਵੀ ਤੂੰ ਕਲਾਸ 'ਚ ਫਸਟ ਆਉਣਾ। ਉਹ ਬੱਚਾ ਵਿਚਾਰਾ ਮਤਲਬ ਰੋਜ਼ ਇਹੀ ਆਪਣੇ ਜਿਹੜੇ ਡੈਸਕ ਦੇ ਜਿਹੜੇ ਬੱਚੇ ਨਾਲ ਬੈਠਾ ਉਹਦੇ ਨਾਲ ਈਰਖਾ ਕਰੀ ਜਾਂਦਾ ਵੀ ਕਿਤੇ ਮੈਥੋਂ ਅੱਗੇ ਨਾ ਲੰਘ ਜੇ। ਤੁਸੀਂ ਦੇਖੋ ਨਾ ਕਿੱਥੇ ਦੋ ਬੱਚਿਆਂ ਦੀ ਦੋਸਤੀ ਕਿੰਨੀ ਪਿਆਰੀ ਚੀਜ਼ ਹੁੰਦੀ ਹੈ। ਦੋ ਬੱਚਿਆਂ ਦੀ ਦੋਸਤੀ ਸਭ ਤੋਂ ਦੁਨੀਆ ਦੀ ਜਿਹੜੀ ਪਿਆਰੀ ਚੀਜ਼ ਹੈ। ਅਤੇ ਤੁਸੀਂ ਉਹਨੂੰ ਸਿਖਾਤਾ ਵੀ ਤੂੰ ਤਾਂ ਸਭ ਤੋਂ ਅੱਗੇ ਹੋਣਾ। ਉਹ ਨਾਲ ਵਾਲੇ ਨੂੰ ਸੋਚਦਾ ਵੀ ਮੈਂ ਤਾਂ ਇਹਦੇ ਤੋਂ ਅੱਗੇ ਲੱਗਣਾ। ਦੱਸੋ ਕਿਆ ਵਾਹੀਆਤ ਹੈ ਵੀ ਤੁਸੀਂ ਦੋ ਬੱਚਿਆਂ ਦਾ ਆਪਸ 'ਚ ਕੀ ਕੰਪੀਟੀਸ਼ਨ ਹੈ। ਉਹ ਦੁਨੀਆ ਜਦੋਂ ਜਾਣਗੇ ਪਤਾ ਨਹੀਂ ਕਿ ਇੱਕ ਨੇ ਕਿੱਥੇ ਜਾਣਾ ਅਤੇ ਇੱਕ ਨੇ ਕਿੱਥੇ ਜਾਣਾ। ਇੱਕ ਨੇ ਕੈਨੇਡਾ ਬੈਠੇ ਹੋਣਾ, ਇੱਕ ਨੇ ਹਿੰਦੁਸਤਾਨ ਬੈਠੇ ਹੋਣਾ। ਕੋਈ ਹੈ ਮੁਕਾਬਲਾ? ਉਹਦਾ ਕੋਈ ਮੁਕਾਬਲਾ ਹੀ ਨਹੀਂ ਹੈ। ਉਹੀ ਪਾਗਲਪਨ ਪਾ ਰੱਖਿਆ ਵੀ ਅਸੀਂ ਫਸਟ ਹੋਣਾ। ਤਾਂ ਇਸ ਕਿਸਮ ਦਾ ਪਾਗਲਪਨ ਜਿਹੜਾ ਕ੍ਰੀਏਟ ਕੀਤਾ ਹੈ ਕੈਪੀਟਲਿਜ਼ਮ ਨੇ, ਇਹ ਕੰਪੀਟੀਸ਼ਨ ਬਹੁਤ ਹੀ ਇੱਕ ਵਲਗਰਾਈਜ਼ਡ ਸਾਈਕੋਲੋਜੀ ਹੈ ਜਿਹੜੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਦੂਜੇ ਤੋਂ ਅੱਗੇ ਲੰਘਣਾ, ਦੂਜੇ ਨੂੰ ਮਾਰ ਕੇ ਵੀ, ਦੂਜੇ ਨੂੰ ਠਿੱਬੀ ਮਾਰ ਕੇ ਡੇਗ ਕੇ ਵੀ ਅੱਗੇ ਲੰਘਣਾ। ਜਿਹੜੀ ਇਹ ਸਾਈਕੋਲੋਜੀ ਹੈ ਇਹ ਕਿਤੇ ਨਾ ਕਿਤੇ ਬਹੁਤ ਡੈਮੇਜ ਕਰਦੀ ਹੈ। ਕੋਆਪਰੇਸ਼ਨ ਨੈਚੁਰਲ ਹੈ। ਕੋਆਪਰੇਸ਼ਨ ਤੋਂ ਨੇਚਰ 'ਚ ਦੇਖੋ, ਨੇਚਰ 'ਚ ਕਿਤੇ ਵੀ ਕੰਪੀਟੀਸ਼ਨ ਨਹੀਂ ਹੈ। ਸਵਾਏ ਮਨੁੱਖ ਤੋਂ ਮਨੁੱਖ ਨੂੰ ਛੱਡ ਕੇ ਕਿਤੇ ਕੰਪੀਟੀਸ਼ਨ ਨਹੀਂ ਹੈ, ਕੋਆਪਰੇਸ਼ਨ ਹੈ। ਅਤੇ ਫਿਰ ਡਾਕਟਰ ਸਾਹਿਬ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹ ਦੇਖਣ ਨੂੰ ਆਉਂਦਾ ਹੈ ਕਿ 2-3 ਮਹੀਨਿਆਂ ਦੇ ਵਿੱਚ
2-3 ਮਹੀਨੇ ਪਹਿਲਾਂ ਅਸੀਂ ਕਿਸੇ ਸ਼ਖਸ ਨੂੰ ਮਿਲੇ, ਬਿਲਕੁਲ ਠੀਕ ਠਾਕ ਸੀ, ਲੇਕਿਨ 2-3 ਮਹੀਨੇ ਦੇ ਵਿੱਚ ਹੀ ਇਸ ਤਰ੍ਹਾਂ ਦਾ ਪਤਾ ਲੱਗਿਆ ਕਿ ਉਹਨੂੰ ਕੈਂਸਰ ਡਾਇਗਨੋਜ਼ ਹੋਇਆ, ਪਤਾ ਲੱਗਿਆ ਕਿ ਇਹਨੂੰ ਕੈਂਸਰ ਹੈ, ਅਤੇ 2-3 ਮਹੀਨੇ ਦੇ ਵਿੱਚ ਹੀ ਉਹਦੀ ਡੈਥ ਹੋ ਜਾਂਦੀ ਹੈ, ਅਤੇ ਪਰਿਵਾਰ ਸਮਾਜ ਪੂਰੀ ਤਰ੍ਹਾਂ ਜਿਹੜਾ ਉਹਦੇ ਨਾਲ ਜੁੜਿਆ ਹੁੰਦਾ ਟੁੱਟ ਜਾਂਦਾ ਸੀ। ਡਾਕਟਰ ਸਾਹਿਬ, ਇੱਦਾਂ ਤੁਸੀਂ ਦੱਸਿਆ ਕਿ ਕਿਹੜੀਆਂ ਘਾਟਾਂ ਸਾਡੇ ਕੋਲ ਹੈਗੀਆਂ ਨੇ, ਅਤੇ ਫਿਰ ਮਨੁੱਖ ਨੂੰ ਅਜਿਹਾ ਕੀ ਕਰਨਾ ਚਾਹੀਦਾ, ਇਨਸਾਨ ਨੂੰ ਅਜਿਹਾ ਕੀ ਕਰਨਾ ਚਾਹੀਦਾ ਹੈ ਕਿ ਕੈਂਸਰ ਵਾਲੇ ਪਾਸੇ ਨੂੰ ਹੋ ਹੀ ਨਾ, ਸਾਨੂੰ ਕੈਂਸਰ ਹੋਵੇ ਨਾ, ਉਸ ਤੋਂ ਬਚਾਅ ਅਸੀਂ ਕਰ ਸਕਦੇ ਹਾਂ, ਕਿਉਂਕਿ ਇਹਦਾ ਇਲਾਜ ਤਾਂ ਹੈ ਹੀ ਨਹੀਂ। ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਕਦਮ ਪਤਾ ਲੱਗਦਾ ਅਤੇ ਫਿਰ ਡੈਥ ਹੋ ਜਾਂਦੀ ਹੈ। ਬਹੁਤੀ ਵਾਰੀ ਤੁਸੀਂ ਪਾਓਗੇ ਜਿਹਦੇ ਉਹਦੇ ਵਿਸਥਾਰ 'ਚ ਜਾ ਕੇ ਦੇਖਿਓ ਕਿ ਜਿਹੜੀ ਇੱਕਦਮ ਡੈਥ ਹੁੰਦੀ ਹੈ ਉਹ ਬਿਮਾਰੀ ਨਾਲ ਨਹੀਂ ਹੁੰਦੀ, ਉਹ ਬਿਮਾਰੀ ਦੀ ਟਰੀਟਮੈਂਟ ਨਾਲ ਹੁੰਦੀ ਹੈ। ਤੁਸੀਂ ਜਿੱਥੇ ਮਰਜ਼ੀ ਪ੍ਰੋਬ ਕਰ ਲਿਓ, ਜਦੋਂ ਤੁਸੀਂ ਕੋਈ ਟਰੀਟਮੈਂਟ ਜਿਹੜੀ ਹੈ ਉਹ ਬਿਮਾਰੀ ਤੋਂ ਵੀ ਖਤਰਨਾਕ ਹੈ। ਇਸ ਕਰਕੇ ਕੈਂਸਰ ਠੀਕ ਹੈ, ਕੁਛ ਕੈਂਸਰ ਫਾਸਟ ਗਰੋਇੰਗ ਨੇ ਬਹੁਤ, ਕੁਛ ਕੈਂਸਰ ਬਹੁਤ ਸਲੋ ਗਰੋਇੰਗ ਨੇ, ਔਰ ਕੁਛ ਕੈਂਸਰ ਰਿਪੋਰਟ 'ਚ ਕੈਂਸਰ ਆਉਂਦੇ ਨੇ ਪਰ ਐਕਚੁਅਲ ਕੈਂਸਰ ਹੁੰਦੇ ਹੀ ਨਹੀਂ। ਅੱਜ ਇਹ ਹਾਲ ਦਾ ਲੱਖਾਂ ਲੋਕਾਂ ਦੇ ਕੈਂਸਰ ਗਲਤ ਡਾਇਗਨੋਸ ਹੋਏ, ਇਹਨਾਂ ਨੇ ਮਾਫੀ ਮੰਗੀ ਹੈ। ਲੱਖਾਂ ਲੋਕਾਂ ਦੇ ਕੈਂਸਰ ਜਿਨ੍ਹਾਂ ਦੀ ਰਿਪੋਰਟ ਕੈਂਸਰ ਦੀ ਆਉਣੀ ਸੀ, ਲੇਕਿਨ ਐਕਚੁਅਲੀ ਕੈਂਸਰ ਨਹੀਂ ਸੀਗੇ ਉਹ, ਕਿਉਂਕਿ ਕੈਂਸਰ ਨਹੀਂ ਫੈਲਦੇ ਨਹੀਂ ਸੀ, ਉਹ ਰਿਪੋਰਟ ਕੈਂਸਰ ਵਾਲੀ ਆਏਗੀ। ਇੱਦਾਂ ਦੇ ਵੀ ਕੁਛ ਕੈਂਸਰਸ ਨੇ ਜਿਹਨਾਂ ਦੇ ਤੁਸੀਂ ਵਾਪਸੀ ਕਰੋਗੇ ਤਾਂ ਤੁਹਾਡੀ ਰਿਪੋਰਟ ਆਏਗੀ ਵੀ ਕੈਂਸਰ ਹੈ, ਐਕਚੁਅਲੀ ਕੈਂਸਰ ਨਹੀਂ ਸੀਗੇ, ਕਿਉਂਕਿ ਉਹ ਫੈਲਣਾ ਨਹੀਂ ਸੀ, ਉਹਨਾਂ ਨੇ ਉੱਥੇ ਹੀ ਪੈ ਰਹਿਣਾ ਸੀਗਾ। ਬਹੁਤ ਸਾਰੇ ਕੈਂਸਰ ਨੇ, ਬ੍ਰੈਸਟ ਦਾ ਕੈਂਸਰ ਹੈਗਾ ਖਾਸ ਕਿਸਮ ਦਾ, ਉਹ ਫੈਲਦਾ ਹੀ ਨਹੀਂ ਹੈ। ਇੱਕ ਸਕਿਨ ਦਾ ਕੈਂਸਰ ਹੈ, ਉਹ ਵੀ ਨਹੀਂ ਫੈਲਦਾ, ਰਿਪੋਰਟ ਕਰੋਗੇ ਤਾਂ ਕੈਂਸਰ ਆਏਗਾ। ਇਸ ਕਰਕੇ ਕੈਂਸਰ ਦਾ ਟਰੀਟਮੈਂਟ ਜਦੋਂ ਕਰਦੇ ਹਾਂ ਅਸੀਂ, ਵਾਪਸੀਆਂ ਕਰਦੇ ਹਾਂ, ਫਿਰ ਉਹਦੀ ਸਰਜਰੀ ਕਰਦੇ ਹਾਂ, ਫਿਰ ਉਹਦੀ ਕੀਮੋ ਲਾਉਂਦੇ ਹਾਂ, ਫਿਰ ਰੇਡੀਓ ਲਾਉਂਦੇ, ਐਕਚੁਅਲੀ ਕਾਜ਼ ਆਫ ਡੈਥ ਹੁੰਦੀ ਹੈ ਬਹੁਤ ਵਾਰੀ। ਡਾਕਟਰ ਸਾਹਿਬ, ਸਾਡੇ ਕੋਲ ਹੋਰ ਕੋਈ ਚਾਂਸ ਹੈ ਹੀ ਨਹੀਂ। ਆਪਾਂ ਕੀਮੋ ਦੀ ਗੱਲ ਕਰਦੇ ਹਾਂ, ਰੇਡੀਓਥੈਰੇਪੀ ਦੀ ਗੱਲ ਕਰਦੇ ਹਾਂ, ਅਤੇ ਫਿਰ ਸਾਡੇ ਕੋਲ ਹੋਰ ਆਪਸ਼ਨ ਕੀ ਹੈ? ਇਨਸਾਨ ਦੀ ਫਿਤਰਤ ਹੈਗੀ ਹੈ ਕਿ ਉਹ ਬੈਸਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਫਿਰ ਤੁਹਾਡੇ ਕੋਲ ਕੀ ਹੱਲ ਹੈ? ਅਗਰ ਕੈਂਸਰ ਹੋ ਗਿਆ, ਕੀ ਉਹਦੀ ਮੌਤ ਨਿਸ਼ਚਿਤ ਹੈ? ਇਹ ਵੀ ਸਾਨੂੰ ਦੱਸੋ। ਦੇਖੋ, ਇੱਕ ਗੱਲ ਸਮਾਜ ਦੇ ਵਿੱਚ ਨਾ, ਜਦੋਂ ਸਿਚੁਏਸ਼ਨ ਬਹੁਤ ਕੰਪਲੈਕਸ ਹੁੰਦੀ ਹੈ ਅਤੇ ਬਹੁਤ ਵੱਡੇ ਹੱਲ ਦੀ ਲੋੜ ਹੁੰਦੀ ਹੈ, ਤਾਂ ਇੱਦਾਂ ਦੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਕੈਂਸਰ ਵਰਗੀ। ਇਹ ਕੈਂਸਰ ਵਰਗੀ ਸਿਚੁਏਸ਼ਨ ਇਕੱਲੀ ਕੈਂਸਰ 'ਚ ਨਹੀਂ ਹੁੰਦੀ, ਤੁਸੀਂ ਆਲੇ ਦੁਆਲੇ ਸਮਾਜ 'ਚ ਦੇਖੋਗੇ ਬਹੁਤ ਬੁਰਾਈਆਂ ਕੈਂਸਰ ਵਰਗੀਆਂ ਨੇ ਜਿਹਦਾ ਕੋਈ ਹੱਲ ਨਹੀਂ ਹੈ। ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਵੀ ਇੱਦਾਂ ਦੀਆਂ ਨੇ ਜਿਹੜੀਆਂ ਕੈਂਸਰ ਵਰਗੀਆਂ ਹੋ ਚੁੱਕੀਆਂ ਨੇ। ਆਪਾਂ ਕਹਿੰਦੇ ਕਹਿੰਦੇ ਤਾਂ ਕੈਂਸਰ ਬਣ ਗਿਆ, ਬੰਦਾ ਕਈ ਵਾਰੀ ਕੈਂਸਰ, ਬੰਦਾ ਇਹੋ ਜਿਹਾ ਨਿਕੰਮਾ ਹੁੰਦਾ ਵੀ ਇਹਦਾ ਕੈਂਸਰ ਹੈ, ਤਾਂ ਉਹ ਕੈਂਸਰ ਦਾ ਮਤਲਬ ਹੈ ਕਿ ਇਹਦਾ ਕੋਈ ਹੱਲ ਨਹੀਂ ਹੈ ਹੁਣ। ਲੇਕਿਨ ਇਹ 'ਚ ਜਿਹੜੀ ਖੁਸ਼ੀ ਦੀ ਗੱਲ ਹੈ ਬਹੁਤ ਕਿ ਅਗਰ ਅਸੀਂ ਆਪਣਾ ਲਾਈਫ ਸਟਾਈਲ ਸੁਧਾਰ ਲਈਏ ਤਾਂ ਕੈਂਸਰ ਦੀ ਪ੍ਰੀਵੈਂਸ਼ਨ 100% ਹੁੰਦੀ ਹੈ। 100%? ਹਾਂ, ਅਸੀਂ ਜਿਹੜੀ ਅੱਜ ਡਾਈਟ ਦੇ ਰਹੇ ਹਾਂ, ਜੇ ਡਾਈਟ ਫੋਲੋ ਕਰ ਲਓ, ਕਿਸੇ ਬਾਡੀ ਦੇ ਕਿਸੇ ਅੰਗ ਦਾ ਕੈਂਸਰ ਨਹੀਂ ਉੱਠਦਾ। ਪ੍ਰੀਵੈਂਸ਼ਨ ਸਭ ਤੁਸੀਂ 100% ਕਹਿ ਰਹੇ ਹੋ? 100% ਕਰ ਪ੍ਰੀਵੈਂਸ਼ਨ ਵਾਸਤੇ ਕਹਿ ਰਿਹਾ ਮੈਂ ਕਿਉਰ ਵਾਸਤੇ ਨਹੀਂ ਕਹਿ ਰਿਹਾ। ਕਿਉਰ 'ਤੇ ਡਿਪੈਂਡ ਕਰੇਗਾ ਕਿ ਸਟੇਜ ਕੀ ਆ ਉਹਦੀ। ਪ੍ਰੀਵੈਂਸ਼ਨ ਵਾਸਤੇ ਜੇ ਹੈਲਦੀ ਬੰਦਾ ਆਪਣਾ ਲਾਈਫ ਸਟਾਈਲ ਠੀਕ ਕਰ ਲਵੇ, ਅਤੇ ਜੋ ਡਾਈਟ ਅਸੀਂ ਕਹਿ ਰਹੇ ਹਾਂ ਅਡੋਪਟ ਕਰ ਲਵੇ, ਤਾਂ ਉਹਨੂੰ ਕੋਈ ਕੈਂਸਰ ਨਹੀਂ ਹੋਏਗਾ। ਬਾਡੀ ਦੇ ਕਿਸੇ ਹਿੱਸੇ ਦਾ ਕੋਈ ਕੈਂਸਰ ਨਹੀਂ ਹੋਏਗਾ। ਵੈਸੇ ਤਾਂ ਕੋਈ ਬਿਮਾਰੀ ਵੀ ਨਹੀਂ ਹੋਏਗੀ, ਜਿਹੜੀ ਵੀ ਅੱਜ ਦੀਆਂ ਖਤਰਨਾਕ ਜਿਹੀਆਂ ਬਿਮਾਰੀਆਂ ਦੇ ਨਾਂ ਲੈਂਦੇ ਆ, ਕੋਈ ਬਿਮਾਰੀ ਵੀ ਨਹੀਂ ਹੁੰਦੀ, ਕੈਂਸਰ ਵੀ ਨਹੀਂ ਹੁੰਦਾ ਐਜ਼ ਪ੍ਰੀਵੈਂਸ਼ਨ। ਤਾਂ ਉਸ ਡਾਈਟ ਦੇ ਉੱਪਰ 100% ਪ੍ਰੀਵੈਂਸ਼ਨ ਹੁੰਦੀ ਹੈ। ਸੋ ਸਾਰਿਆਂ ਨੂੰ, ਸਰੋਤਿਆਂ ਨੂੰ ਇਹ ਅਪੀਲ ਹੈ ਕਿ ਬਿਮਾਰੀਆਂ ਤੋਂ ਬਚਣਾ ਹੈ ਤਾਂ ਪਹਿਲਾਂ ਐਡਵਾਂਸ ਹੀ ਆਪਣੀ ਹੈਲਦੀ ਡਾਈਟ ਅਤੇ ਹੈਲਦੀ ਲਾਈਫ ਸਟਾਈਲ ਅਡੋਪਟ ਕਰੋ। ਇਹ ਸਭ ਤੋਂ ਉੱਤਮ ਚੀਜ਼ ਇਹ ਆ, ਅਤੇ ਫਿਰ ਇਹੀ ਫਾਰਮੂਲਾ ਜਿਹੜਾ ਤੁਸੀਂ ਡਾਈਟ ਵਾਲਾ ਦੱਸ ਰਹੇ ਹੋ, ਜਿਨ੍ਹਾਂ ਨੂੰ ਹੈਰੀਡਿਟਰੀ ਪ੍ਰੋਬਲਮਸ ਹੈਗੀਆਂ, ਪੀੜ੍ਹੀ ਦਰ ਪੀੜ੍ਹੀ ਕੈਂਸਰ ਹੁੰਦਾ ਰਿਹਾ, ਉਹਨਾਂ 'ਤੇ ਵੀ ਲਾਗੂ ਹੁੰਦੀ ਹੈ? ਨਹੀਂ, ਕੈਂਸਰ 'ਚ ਕੋਈ ਹੈਰੀਡਿਟੀ ਨਹੀਂ ਹੁੰਦੀ। ਹੈਰੀਡਿਟੀ ਨੂੰ ਐਵੇਂ ਹੈਰੀਡਿਟੀ ਬਣਾ ਲੈਂਦੇ ਆਪਾਂ। ਮੰਨ ਲਓ ਸ਼ੂਗਰ ਦੇ ਬਹੁਤ ਸਾਰੇ ਮਰੀਜ਼ ਆਉਂਦੇ ਆ, ਉਹ ਕਹਿਣਗੇ ਜੀ ਮੇਰੇ ਦਾਦੇ ਨੂੰ ਹੈ, ਜਾਂ ਮੇਰੇ ਬਾਪ ਨੂੰ ਹੈ, ਜਾਂ ਮੇਰੀ ਮਾਂ ਨੂੰ, ਅਤੇ ਮੈਨੂੰ ਸ਼ੂਗਰ ਹੋ ਗਈ, ਉਹਨੂੰ ਦਾਦੇ ਨੂੰ ਦੋਸ਼ ਦੇਈ ਜਾ ਰਿਹਾ। ਇਹ ਪ੍ਰੂਵ ਹੋ ਚੁੱਕਿਆ ਕਿ ਕਿਉਂਕਿ ਉਸ ਪਰਿਵਾਰ ਦੀ ਡਾਈਟ ਵੀ ਤਾਂ ਉਹੀ ਹੈ, ਆਪਾਂ ਨੂੰ ਹੈਰੀਡਿਟੀ ਕਿਉਂ ਕਹਿੰਦੇ ਆ? ਉਹ ਜੋ ਦਾਦਾ ਖਾ ਰਿਹਾ ਸੀ ਉਹੀ ਪਿਓ ਖਾ ਰਿਹਾ, ਉਹੀ ਅੱਗੇ ਖਾਇਆ ਜਾ ਰਿਹਾ, ਉਹੀ ਕੈਮੀਕਲ ਉਹ ਪਾ ਰਿਹਾ ਸੀ, ਉਹੀ ਕੈਮੀਕਲ ਉਹ। ਤਾਂ ਉਹ ਹੈਰੀਡਿਟੀ ਜਿਹੜੀ ਆ। ਦੂਜੀ ਗੱਲ, ਹੈਰੀਡਿਟੀ ਦਾ ਮਸਲਾ ਫਾਈਨਲੀ ਸੈਟਲ ਹੋ ਚੁੱਕਿਆ। ਉਹਨੂੰ ਇੱਕ ਨੂੰ ਕਹਿੰਦੇ ਜੈਨੇਟਿਕਸ ਦਾ ਮਤਲਬ ਹੈਰੀਡਿਟੀ, ਇੱਕ ਨੂੰ ਕਹਿੰਦੇ ਐਪੀਜੈਨੇਟਿਕਸ, ਯਾਨੀ ਕਿ ਕੈਮੀਕਲ ਕਿਹੜੇ ਨੇ ਉਹ ਤੁਹਾਡੇ ਸੈੱਲਾਂ ਦੇ ਆਲੇ ਦੁਆਲੇ, ਉਹ ਹੈ ਤੁਹਾਡਾ ਵਾਤਾਵਰਨ ਪਲੱਸ ਤੁਹਾਡੀ ਡਾਈਟ ਪਲੱਸ ਹਵਾ ਪਲੱਸ ਪਾਣੀ, ਸਾਰਾ ਜੋ ਕੁਝ ਆਪਾਂ ਗੱਲ ਕੀਤੀ ਹੈ, ਇਹ ਐਪੀਜੈਨੇਟਿਕਸ ਕ੍ਰੀਏਟ ਕਰਦਾ ਹੈ। ਯਾਨੀ ਕਿ ਸਾਡੇ ਸੈੱਲਾਂ ਦੇ, ਸਾਡੇ ਜੀਨਸ ਦੇ ਆਲੇ ਦੁਆਲੇ ਗੁੱਡ ਕੈਮੀਕਲਸ ਨੇ ਕਿ ਬੈਡ ਕੈਮੀਕਲਸ ਨੇ। ਇਹ ਪ੍ਰੂਵ ਹੋ ਚੁੱਕਿਆ ਹੈ ਕਿ ਤੁਹਾਡੇ ਗੁੱਡ ਜੀਨਸ ਦੇ ਆਲੇ ਦੁਆਲੇ ਅਗਰ ਬੈਡ ਕੈਮੀਕਲਸ ਨੇ ਤਾਂ ਤੁਹਾਡਾ ਗੁੱਡ ਜੀਨ ਵੀ ਗੁੱਡ ਨਹੀਂ ਪਰਫਾਰਮ ਕਰਦਾ, ਅਤੇ ਉਲਟਾ ਜੇ ਤੁਹਾਡੇ ਜੀਨਸ ਬੈਡ ਵੀ ਆ ਗਏ ਮਾੜੇ ਮੋਟੇ, ਅਤੇ ਤੁਹਾਡਾ ਕੈਮੀਕਲ ਜਿਹੜੇ ਨੇ ਉਹ ਗੁੱਡ ਨੇ, ਤਾਂ ਬੈਡ ਜੀਨ ਵੀ ਗੁੱਡ ਪਰਫਾਰਮ ਕਰ ਜਾਂਦਾ। ਸੋ ਐਪੀਜੈਨੇਟਿਕਸ ਇਜ਼ ਮੋਰ ਇੰਪੋਰਟੈਂਟ ਦੈਨ। ਇਹ ਫਾਈਨਲੀ ਸੈਟਲ ਹੋ ਚੁੱਕਾ ਹੈ। ਇਹ ਕੰਟਰੋਵਰਸੀ ਮੇਰਾ ਚੱਲੀ ਹੈ 50 ਸਾਲ,
ਕਿ ਜੈਨੇਟਿਕਸ ਇੰਪੋਰਟੈਂਟ ਹੈ ਜ਼ਿਆਦਾ ਹੈ ਕਿ ਐਪੀਜੈਨੇਟਿਕਸ ਜ਼ਿਆਦਾ ਇੰਪੋਰਟੈਂਟ ਹੈ। ਅਲਟੀਮੇਟਲੀ ਸੈਟਲ ਹੋ ਗਈ ਸਾਇੰਟਿਸਟਾਂ ਨੇ, ਕੋਈ ਕੰਟਰੋਵਰਸੀ ਨਹੀਂ ਹੈ। ਤੇ ਹੁਣ ਇਹ ਕੰਟਰੋਵਰਸੀ ਬੰਦ ਹੋ ਚੁੱਕੀ ਹੈ ਕਿ ਐਪੀਜੈਨੇਟਿਕਸ ਇਜ਼ ਮੋਰ ਇੰਪੋਰਟੈਂਟ ਦੈਨ ਜੈਨੇਟਿਕਸ। ਜੀਨਸ ਨਾਲੋਂ ਇੰਪੋਰਟੈਂਟ ਇਹ ਹੈ ਕਿ ਤੁਹਾਡੇ ਜੀਨਸ ਦੇ ਆਲੇ ਦੁਆਲੇ ਗੁੱਡ ਕੈਮੀਕਲਸ ਹੋਣੇ ਚਾਹੀਦੇ ਆ। ਜੇ ਗੁੱਡ ਕੈਮੀਕਲਸ ਹੈਗੇ ਆ, ਤੁਹਾਡੇ ਜੀਨਸ ਜੂਨ ਮਾੜੇ ਚੰਗੇ ਜਿਹੋ ਜਿਹੇ ਵੀ ਹੈਗੇ ਉਹ ਗੁੱਡ ਪਰਫਾਰਮ ਕਰਨਗੇ। ਤੇ ਜੇ ਤੁਹਾਡੇ ਜੀਨ ਮਰਜ਼ੀ ਚੰਗੇ ਹੋਣ, ਜੇ ਬੈਡ ਕੈਮੀਕਲ ਨੇ ਤਾਂ ਬੈਡ ਪਰਫਾਰਮ ਕਰਨਗੇ। ਤੇ ਫਿਰ ਡਾਕਟਰ ਸਾਹਿਬ ਇੱਕ ਜਾਂਦੇ ਜਾਂਦੇ ਸਵਾਲ, ਆਖਰੀ ਸਵਾਲ ਹੈ ਕਿ ਅਸੀਂ, ਕਿਉਂਕਿ ਅਸੀਂ ਤੁਸੀਂ ਆਪਾਂ ਵੀਨੈਸ ਦੀ ਗੱਲ ਕਰਦੇ ਹਾਂ, ਆਈਨੈਸ ਦੀ ਥਾਂ ਤੇ ਵੀਨੈਸ ਦੀ ਗੱਲ ਹੁੰਦੀ ਹੈ, ਤੇ ਫਿਰ ਅਸੀਂ ਸਮਾਜ ਦੇ ਵਿੱਚ ਕੈਂਸਰ ਵਰਗੀ ਬਿਮਾਰੀ ਨੂੰ ਖਤਮ ਕਰਨ ਲਈ ਕੀ ਰੋਲ ਆਪਾਂ ਪਰਮਾਤਮਾ ਨੇ ਸਾਨੂੰ ਦਿੱਤਾ ਹੈ? ਬਹੁਤ ਸੋਹਣਾ ਸਵਾਲ ਹੈ ਤੁਹਾਡਾ। ਇਹੀ ਮੈਂ ਗੱਲ ਕਰ ਸ਼ੁਰੂ ਕੀਤੀ ਸੀ, ਜਿਹੜੀ ਉਸੇ ਨੂੰ ਆਪਾਂ ਉੱਥੋਂ ਚੱਕਦੇ ਹਾਂ ਕਿ ਕੁਝ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਇੰਡੀਵਿਜੂਅਲ ਕੁਝ ਨਹੀਂ ਕਰ ਸਕਦਾ, ਉਹ 'ਚ ਸਮਾਜ ਐਜ਼ ਏ ਹੋਲ ਕਰ ਸਕਦਾ। ਜੋ ਆਪਾਂ ਗੱਲ ਕਰ ਰਹੇ ਹਾਂ ਡਾਈਟ ਦੀ, ਜੇ 2-4-5% ਬੰਦੇ ਕਰਨਗੇ ਤਾਂ ਕੁਝ ਖਾਸ ਫਰਕ ਨਹੀਂ ਪਏਗਾ, ਉਹ 2-4 ਬੰਦੇ ਬਚ ਜਾਣਗੇ। ਜੇ ਇਹਨੂੰ ਆਪਾਂ ਸਮਾਜ 'ਚ ਫੈਲਾ ਦਿੰਦੇ ਸਾਰੀ ਗੱਲ ਨੂੰ ਕਿ ਵੀ ਆਹ ਚੀਜ਼ ਜਿਹੜੀ ਹੈ, ਆਹ ਡਾਈਟ, ਆਹ ਖੇਤੀ ਦਾ ਮਾਡਲ, ਆਹ ਇੰਡਸਟਰੀ ਦਾ ਮਾਡਲ, ਆਹ ਸਮਾਜ ਦਾ ਮਾਡਲ, ਇਸ ਮਾਡਲ ਜਿਹੜੇ ਹੁੰਦੇ ਆ ਅਸਲ 'ਚ ਸਿਹਤ ਤੇ ਹੈਪੀਨੈਸ ਕ੍ਰੀਏਟ ਕਰਦੇ ਆ। ਸਾਨੂੰ ਕੀ ਚਾਹੀਦਾ? ਅੱਛੀ ਸਿਹਤ ਚਾਹੀਦੀ ਹੈ, ਸਰੀਰ ਦੀ, ਮਨ ਦੀ ਤੇ ਸੈਕਸ ਦੀ। ਤਿੰਨ ਅੱਛੀਆਂ ਸਿਹਤਾਂ ਚਾਹੀਦੀਆਂ ਨੇ। ਸੈਕਸ ਦੀ ਸਿਹਤ ਅੱਛੀ ਚਾਹੀਦੀ ਹੈ ਅਗਲੀ ਪੀੜ੍ਹੀ ਵਾਸਤੇ। ਤਾਂ ਇਹ ਤਿੰਨੇ ਸਿਹਤਾਂ ਜਿਹੜੀਆਂ ਨੇ, ਚਾਹੇ ਉਹ ਸਰੀਰ ਦੀ ਸਿਹਤ ਹੈ, ਚਾਹੇ ਮਨ ਦੀ ਸਿਹਤ ਮਤਲਬ ਹੈਪੀਨੈਸ ਹੈ, ਤੇ ਚਾਹੇ ਉਹ ਸਾਡਾ ਜਿਹੜਾ ਅਗਲੀ ਪੀੜ੍ਹੀ ਤੱਕ ਅਸੀਂ ਕੀ ਦੇਣਾ ਆਪਣੇ ਜਿਹੜੇ ਪੈਦਾ ਕਰਨ ਵਾਸਤੇ ਅਗਲੀ ਪੀੜ੍ਹੀ, ਉਹ ਸਿਹਤ ਚੰਗੀ ਚਾਹੀਦੀ ਹੈ ਸਾਨੂੰ। ਇਹ ਸਿਹਤ ਜਿਹੜੀ ਹੈ ਉਹ ਚੰਗੀ ਤਾਂ ਹੀ ਪੈਦਾ ਹੋ ਸਕਦੀ ਹੈ ਜੇ ਪੂਰਾ ਸਮਾਜ ਉਹ 'ਚ ਸ਼ਾਮਲ ਹੋ ਜਾਵੇ। ਤੇ ਜੇ ਸਮਾਜ ਦੇ ਅੰਦਰ ਮੂਵਮੈਂਟ ਬਣਾ ਲਾਂਗੇ ਅਸੀਂ, ਜਿਹੜੀ ਕਿ ਮੈਨੂੰ ਉਮੀਦ ਹੈ ਕਿ 2 ਦਹਾਕੇ ਤੋਂ ਵੱਧ ਨਹੀਂ ਲੱਗਣੇ, 2 ਦਹਾਕੇ ਚਾਹੀਦੇ ਆ। ਮੈਂ ਓਪਨਲੀ ਅੱਗੇ ਵੀ ਇੱਕ ਵੀਡੀਓ 'ਤੇ ਕੀਤਾ ਕਿ 2 ਦਹਾਕਿਆਂ 'ਚ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਮੁਕਤ ਹੋ ਜਾਏਗਾ ਦੇਸ਼ ਸਾਡਾ। ਕਿਉਂਕਿ ਇਹ ਚੇਤਨਾ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਔਰ ਬਹੁਤ ਸਾਰਾ ਜਿਹੜੇ ਲੋਕ ਨੇ ਆਟੋਮੈਟਿਕਲੀ ਅਟਰੈਕਟ ਹੋ ਰਹੇ ਆ ਕਿ ਖੇਤੀ ਦਾ ਮਾਡਲ ਬਦਲੋ, ਇੰਡਸਟਰੀ ਦਾ ਜਿਹੜਾ ਗੰਦਾ ਮਾਡਲ ਹੈ, ਜਿਹੜਾ ਕਿ ਸਾਨੂੰ ਗੰਦੀ ਚੀਜ਼ਾਂ ਖਵਾਉਂਦਾ, ਉਹਨੂੰ ਬੰਦ ਕਰੋ। ਔਰ ਜਿਹੜਾ ਹੈਲਥ ਦਾ ਹੋਲਿਸਟਿਕ ਮਾਡਲ ਹੈ, ਯਾਨੀ ਕਿ ਅੱਛੀ ਡਾਈਟ, ਅੱਛੀ ਹਵਾ, ਅੱਛਾ ਪਾਣੀ, ਅੱਛਾ ਰਹਿਣ ਸਹਿਣ, ਸਟ੍ਰੈਸ ਫਰੀ ਲਾਈਫ, ਇਹ ਕਰੋ। ਤੇ ਇਹ ਸਾਰਾ ਕੁਝ ਅਗਰ ਕਰਾਂਗੇ ਅਸੀਂ ਤਾਂ ਜਿਹੜੀਆਂ ਭਿਅੰਕਰ ਕਿਸਮ ਦੀਆਂ ਬਿਮਾਰੀਆਂ ਨੇ, ਜਿਹੜੀਆਂ ਕਿ ਉਮਰ ਤੋਂ ਬਹੁਤ ਪਹਿਲਾਂ ਲੱਗਣ ਲੱਗੀਆਂ ਨੇ, ਜਿਹੜੀਆਂ ਬਿਮਾਰੀਆਂ ਅੱਜ ਤੋਂ 100 ਸਾਲ ਪਹਿਲਾਂ 80 ਸਾਲ ਦੇ ਬੰਦੇ ਨੂੰ ਹੁੰਦੀਆਂ ਸੀਗੀਆਂ, ਅੱਜ ਉਹ 40 ਸਾਲ ਦੇ ਬੰਦੇ ਨੂੰ ਹੋ ਰਹੀਆਂ ਨੇ। ਤਾਂ 80 ਸਾਲ 'ਚ ਜਾ ਕੇ ਬਿਮਾਰੀ ਹੋਣੀ ਕਿਸੇ ਹੱਦ ਤੱਕ ਅੰਡਰਸਟੈਂਡੇਬਲ ਹੈ, ਕਿਉਂਕਿ ਉਹਦਾ ਜਿਹੜਾ ਨੇਚਰਲ ਲਾਅ 'ਚ ਉਹ ਬੰਦਾ ਮੌਤ ਦੇ ਨੇੜੇ ਜਾ ਰਿਹਾ। ਤਾਂ ਉਹਨੂੰ ਥੋੜ੍ਹੀ ਬਹੁਤੀ ਬਿਮਾਰੀ ਹੋਊਗੀ ਤਾਂ ਚੱਲ ਹੋਰ 10 ਸਾਲ ਉਹ ਕੱਟ ਕੇ 90-100 ਸਾਲ 'ਤੇ ਉਹਦੀ ਨੈਚੁਰਲ ਲਾਅ ਦੇ ਅਕੋਰਡਿੰਗਲੀ ਵੀ ਮੌਤ ਹੋਣੀ ਹੋਣੀ। ਲੇਕਿਨ 40 ਸਾਲ ਦੇ ਜਾਂ 30 ਸਾਲ ਦੇ ਜਾਂ 35 ਸਾਲ ਦੇ ਬੰਦੇ ਨੂੰ ਇਹੋ ਜਿਹੀ ਭਿਆਨਕ ਬਿਮਾਰੀ ਹੋਣੀ ਕਿ ਉਹ 45 ਸਾਲ ਦਾ ਜਾਂ 50 ਸਾਲ ਦਾ ਮਰ ਜੇ, ਇਹ ਬਹੁਤ ਹੀ ਅਨਨੈਚੁਰਲ ਹੈ। ਸੋ ਉਹ ਮੈਂ ਸਮਝਦਾ ਕਿ ਸਮਾਜ ਇਸ ਵੇਲੇ ਚੇਤਨ ਹੋ ਰਿਹਾ ਬਹੁਤ ਜ਼ਿਆਦਾ। ਔਰ ਜਿਹੜੇ ਚੇਤਨ ਕਰਨ ਵਾਲੇ ਲੋਕਾਂ ਦਾ ਇੱਕ ਜਿਹਨੂੰ ਕਹਿੰਦੇ ਆ ਹੈਗਾ ਇਹੋ ਜਿਹਾ ਗਰੁੱਪ ਕਿ ਜਿਹੜਾ ਬਹੁਤ ਤੇਜ਼ੀ ਨਾਲ ਵੱਧ ਰਿਹਾ। ਅਤੇ ਸਮਾਜ ਦੇ ਅੰਦਰ ਕਾਸਿਫ 1% ਲੋਕ ਅਗਰ ਖੜ੍ਹੇ ਹੋ ਜਾਣ ਇੱਕ ਵਿਚਾਰਧਾਰਾ ਲੈ ਕੇ, ਤਾਂ ਉਹ ਸਮਾਜ ਦੇ ਅੰਦਰ ਰੈਵੋਲੂਸ਼ਨ ਸ਼ੁਰੂ ਹੋ ਜਾਂਦੀ ਹੈ। 1% ਸਿਰਫ 1%, ਮੈਂ 1% ਕਹਿ ਰਿਹਾ, 100 'ਚੋਂ ਇੱਕ ਬੰਦਾ, ਯਾਨੀ ਕਿ ਪਿੰਡ ਦਾ ਅਗਰ ਪਿੰਡ 'ਚ ਜੇ ਮੰਨ ਲਓ 500 ਘਰ ਹੈ ਤਾਂ ਮਤਲਬ 2500 3000 ਬੰਦਾ ਹੋ ਗਿਆ। 3000 ਬੰਦੇ 'ਚ 30 ਬੰਦੇ ਬਣੇ 1%। ਤੂੰ ਹਿਸਾਬ ਲਾ ਲੈ, ਇੱਕ ਪਿੰਡ 'ਚ ਅਗਰ 30 ਬੰਦੇ ਹੋ ਜਾਣ ਤਾਂ ਪਿੰਡ ਦਾ ਤਾਂ ਹੁਲੀਆ ਬਦਲ ਦੇਣਗੇ ਉਹ। ਸੋ ਸਿਰਫ 1% ਬੰਦਾ ਚਾਹੀਦਾ। ਬਾਕੀ ਜਿਹੜਾ 99% ਹੁੰਦੇ ਆ ਉਹ ਚੰਗੇ ਨੂੰ ਦੇਖ ਕੇ ਨਾਲ ਲੱਗ ਜਾਂਦੇ ਆ ਵੀ ਆ ਜਾਓ ਆਪਾਂ ਵੀ ਚੱਲਦੇ ਆ। ਇਸ ਕਰਕੇ ਉਹ 1% ਬੰਦਾ ਪੈਦਾ ਕਰਨ ਲੱਗਿਆ, ਮੈਨੂੰ ਨਹੀਂ ਲੱਗਦਾ ਜ਼ਿਆਦਾ ਟਾਈਮ ਲੱਗੇਗਾ। 1 ਦਹਾਕਾ ਲੱਗੇਗਾ 1% ਨੂੰ ਪੈਦਾ ਕਰਨ ਲੱਗਿਆ, ਅਤੇ 1 ਦਹਾਕਾ ਲੱਗੇਗਾ ਉਹਨੂੰ ਫਿਰ ਸਮਾਜ 'ਚ ਲਾਗੂ ਕਰਨ ਲੱਗਿਆ। ਅਤੇ 2 ਦਹਾਕਿਆਂ 'ਚ ਸਾਡੇ ਕੰਟਰੀ ਦੇ ਜਿਹੜੀ ਹੈ ਹਾਲਾਤ ਨੇ ਉਹ ਬਿਲਕੁਲ ਡਿਫਰੈਂਟ ਹੋਣਗੇ। ਅਸੀਂ ਇੱਕ ਬਹੁਤ ਹੀ ਵਧੀਆ ਸਿਹਤਮੰਦ ਸਮਾਜ ਜਿਹੜਾ ਉਹ ਸਿਰਜਣ ਵੱਲ ਵੱਧ ਰਹੇ ਹਾਂ। ਅਤੇ ਉਹਦੇ ਲਈ ਜਿਹੜਾ ਜੋ ਅਸੀਂ ਅੱਜ ਗੱਲ ਕਰ ਰਹੇ ਹਾਂ, ਅੱਛੀ ਡਾਈਟ ਦੀ, ਅੱਛੇ ਲਾਈਫ ਸਟਾਈਲ ਦੀ, ਖੁਸ਼ੀ ਦੀ, ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਅਸੀਂ ਪ੍ਰੈਕਟੀਕਲ ਰੂਪ 'ਚ ਦੇਖ ਸਕਾਂਗੇ। ਅਤੇ ਫਿਰ ਡਾਕਟਰ ਸਾਹਿਬ ਅਸੀਂ ਅਬ ਗੱਲ ਕਰ ਰਹੇ ਸੀ ਕਿ ਕੀਮੋ ਦਾ ਕੋਈ ਬਹੁਤਾ ਜ਼ਿਆਦਾ ਜਿਹੜੇ ਨੁਕਸਾਨ ਪ੍ਰੂਵ ਨੇ, ਫਾਇਦਾ ਕੋਈ ਪ੍ਰੂਵ ਨਹੀਂ ਹੈ। ਰੇਡੀਓ ਦਾ ਨੁਕਸਾਨ ਪ੍ਰੂਵ ਹੈਗਾ, ਜਿਹੜਾ ਉਹ ਫਾਇਦਾ ਕਿਤੇ ਨਾ ਕਿਤੇ ਹਜੇ ਵੀ ਡਾਊਟਫੁਲ ਹੈ। ਅਤੇ ਫਿਰ ਕੈਂਸਰ ਵਾਲੇ ਮਰੀਜ਼ ਦੀ ਜਿਹੜੀ ਉਮਰ ਹੈ, ਕੈਂਸਰ ਤਾਂ ਹੋ ਗਿਆ ਜੀ, ਉਹਨੂੰ ਕਿਵੇਂ ਵਧਾਈ ਜਾ ਸਕਦੀ ਹੈ? ਉਮਰ ਵੱਧ ਸਕਦੀ ਹੈ ਜੀ ਉਹਦੀ? ਮਤਲਬ ਬਿਲਕੁਲ ਉਮਰ ਵੱਧਦੀ, ਜੇ ਅਸੀਂ ਡਾਈਟ ਦਿੰਦੇ ਹਾਂ, ਅਸੀਂ ਸਾਰੇ ਪੇਸ਼ੈਂਟ ਨੂੰ ਡਾਈਟ ਦਿੰਦੇ ਹਾਂ। ਹੁਣ ਕਿਉਂਕਿ ਡਰ ਇੰਨਾ ਪਾਤਾ ਗਿਆ ਹੈ ਕੈਂਸਰ ਦਾ ਕਿ ਅਸੀਂ ਇਹ ਡੇਅਰ ਨਹੀਂ ਕਰਦੇ ਕਿ ਤੂੰ ਭਾਈ ਕੀਮੋ ਨਾ ਲਾ, ਰੇਡੀਓ ਨਾ ਲਾ, ਸਰਜਰੀ। ਅਸੀਂ ਕਹਿੰਦੇ ਹਾਂ ਵੀ ਤੇਰੀ ਮਰਜ਼ੀ ਹੈ। ਜੇ ਤਾਂ ਤੈਨੂੰ ਵਿਸ਼ਵਾਸ ਨਹੀਂ ਹੈ ਉਹਦੇ 'ਤੇ ਤਾਂ ਵੀ ਜੀ ਆਇਆਂ ਨੂੰ, ਜੇ ਤੈਨੂੰ ਉਹ ਜਵਾਬ ਦੇ ਦਿੱਤਾ ਉਹਨਾਂ ਨੇ ਤਾਂ ਵੀ ਜੀ ਆਇਆਂ ਨੂੰ। ਜੇ ਤੂੰ ਦੋਨੋਂ ਕਰਾਉਣੇ ਆ ਉਹ ਵੀ ਕਰਾ ਲੈ, ਨਾਲ ਸਾਡੀ ਡਾਈਟ ਵੀ ਖਾ ਲੈ, ਅਤੇ ਸਾਡਾ ਲਾਈਫ ਸਟਾਈਲ ਵੀ ਬਦਲ ਲੈ, ਉਹ ਵੀ ਉਹਦੇ ਨਾਲ ਉਮਰ ਵੱਧਦੀ ਹੈ। ਉਹ ਡਿਪੈਂਡ ਕਰਦਾ ਕਿ ਕੈਂਸਰ ਦੀ ਕਿਹੜੀ ਸਟੇਜ ਹੈ। ਮੇਰੇ ਕੋਲ 2-3 ਪੇਸ਼ੈਂਟ ਕੈਂਸਰ ਦੇ ਆ ਚੁੱਕੇ ਜਿਹੜੇ ਠੀਕ ਹੋ ਗਏ ਆ, ਜਿਹੜੇ ਕਿ ਬਿਲਕੁਲ ਜਿਹੜੇ ਐਡਵਾਂਸ ਕੇਸਿਸ ਨੇ
ਉਹਨਾਂ ਬਾਰੇ ਆਪਾਂ ਇਦਾਂ ਦੀ ਗੱਲ ਨਹੀਂ ਕਰ ਸਕਦੇ, ਉਹ ਵੀ ਕਿਉਰ ਹੋ ਗਏ ਆ। ਲੇਕਿਨ ਉਹਨਾਂ ਦੀ ਜਿਹੜੀ ਇਹ ਨੋਨ ਹੈ ਕਿ ਇਹ ਅਗਰ ਡਾਈਟ ਆਪਾਂ ਵਰਤਾਂਗੇ ਤਾਂ ਕੀਮੋ ਰੇਡੀਓ ਦੇ ਮੁਕਾਬਲੇ 'ਚ ਉਹਦੀ ਜਿਹੜੀ ਉਮਰ ਲੰਬੀ ਵੀ ਹੋਏਗੀ, ਉਹਨੂੰ ਸਾਈਡ ਇਫੈਕਟ ਵੀ ਘੱਟ ਆਉਣਗੇ ਔਰ ਉਹ ਦੁੱਖ ਦਰਦ ਵੀ ਘੱਟ ਭੋਗੇਗਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਸਾਰੀ ਗੱਲਬਾਤ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਬੜੀ ਬੇਬਾਕੀ ਨਾਲ ਕੈਂਸਰ ਦਾ ਔਰ ਸਮਾਜਿਕ ਕੈਂਸਰ ਦਾ, ਆਰਥਿਕ ਕੈਂਸਰ ਦਾ, ਔਰ ਅਸੀਂ ਕਹਿ ਲਈਏ ਕਿ ਕੈਂਸਰ ਦਾ ਜਿਹੜੀ ਬਿਮਾਰੀ ਹੈ ਉਸ ਦਾ ਇਲਾਜ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਇਸ ਨੂੰ ਕਿਉਰ ਕਰ ਸਕਦੇ ਹਾਂ, ਇਸ ਦਾ ਇਲਾਜ ਕਰ ਸਕਦੇ ਹਾਂ। ਉਹਨਾਂ ਆਪਣੀ ਡਾਈਟ ਨੂੰ ਸਹੀ ਰੱਖ ਕੇ, ਆਪਣੀ ਸੋਚ ਨੂੰ ਸਹੀ ਰੱਖ ਕੇ ਔਰ ਆਪਣੀ ਜਿਹੜੀ ਸਮਾਜਿਕ ਜ਼ਿੰਮੇਵਾਰੀ ਹੈ ਉਸ ਨੂੰ ਪੂਰੀ ਜੇਕਰ ਅਸੀਂ ਕਰਦੇ ਹਾਂ ਤਾਂ ਡਾਕਟਰ ਸਾਹਿਬ ਦਾ ਕਹਿਣਾ ਕਿ ਆਉਣ ਵਾਲੇ 2 ਦਹਾਕਿਆਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੀਆਂ ਬਿਮਾਰੀਆਂ ਨੇ, ਨਾਮੁਰਾਦ ਬਿਮਾਰੀਆਂ ਨੇ, ਸ਼ੂਗਰ ਹੋ ਗਿਆ, BP ਹੋ ਗਿਆ, ਕੈਂਸਰ ਹੋ ਗਿਆ, ਤਾਂ ਉਸ ਨੂੰ ਅਸੀਂ ਖਤਮ ਕਰ ਸਕਦੇ। ਨਾਲ ਹੀ ਉਹਨਾਂ ਨੇ ਇੱਕ ਬੜਾ ਵਡਮੁੱਲਾ ਵਿਚਾਰ ਉਹਨਾਂ ਅੱਜ ਦਿੱਤਾ ਹੈ। ਉਹਨਾਂ ਆਖਿਆ ਕਿ ਜੇਕਰ ਸਾਡੀ ਡਾਈਟ, ਸਾਡਾ ਖਾਣ ਪਾਨ, ਸਾਡੀ ਜੀਵਨ ਸ਼ੈਲੀ ਸਹੀ ਹੁੰਦੀ ਹੈ ਤਾਂ ਸਾਨੂੰ ਕੈਂਸਰ ਹੈ ਜਿਹੜਾ ਉਹ ਕਿਤੇ ਨਾ ਕਿਤੇ ਸਾਡਾ ਹੁੰਦਾ ਹੀ ਨਹੀਂ ਸਾਨੂੰ। ਸੋ ਇਹ ਗੱਲਬਾਤ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਵੀ ਸਾਨੂੰ ਜ਼ਰੂਰ ਦਿਓ। ਫਿਰ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਕੈਂਸਰ ਨੂੰ ਲੈ ਕੇ ਪੈਦਾ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰਿਓ। ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਸਵਾਲ ਨੂੰ, ਉਸ ਜਿਹੜਾ ਤੁਹਾਡਾ ਸ਼ੰਕਾ ਹੈਗਾ, ਅਸੀਂ ਡਾਕਟਰ ਸਾਹਿਬ ਨਾਲ ਜ਼ਿਕਰ ਕਰਕੇ ਵੀਡੀਓ ਦਾ ਹਿੱਸਾ ਬਣਾਈਏ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ।